ਜਾਣਦੇ ਹੋ ਪਿਛਲੇ ਕੁਝ ਦਿਨਾਂ ਦੀਆਂ ਡਿਵੈਲਪਮੈਂਟਸ ਨੂੰ। ਇੰਤਜ਼ਾਰ ਕਰ ਰਿਹਾ ਸੀ ਮੈਂ ਬੜੇ ਦਿਨਾਂ ਤੋਂ ਵੀ ਸ਼ਾਇਦ ਕੋਈ ਸੁਣਵਾਈ ਹੋਊਗੀ ਕਿਸੇ ਨਾ ਕਿਸੇ ਲੈਵਲ ਤੇ। ਬੜੇ ਭਾਰੀ ਮਨ ਦੇ ਨਾਲ ਅਸੀਂ ਅੱਜ ਇਹ ਫੈਸਲਾ ਕਰ ਰਹੇ ਹਾਂ। ਜਿਹੜੀ ਪਾਰਟੀ ਦੇ ਵਿੱਚ ਸਿਆਸੀ ਜਨਮ ਹੋਇਆ ਸੀਗਾ, ਜਿਹੜੀ ਪਾਰਟੀ ਨੂੰ ਮਿਹਨਤ ਕਰਕੇ ਦਿਨ ਰਾਤ ਇੱਕ ਕਰਕੇ ਆਪਦੇ ਇਲਾਕੇ ਦੇ ਵਿੱਚ ਸਾਰੇ ਸਾਥੀਆਂ ਦੇ ਨਾਲ ਟੀਮ ਐਡੀ ਵੱਡੀ ਬਣਾਈ ਸੀ, ਤੇ ਅੱਜ ਬੜੇ ਦੁੱਖ ਨਾਲ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਮੈਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਰਿਜ਼ਾਈਨ ਕਰ ਰਿਹਾ। ਜਦੋਂ ਪਾਰਟੀ ਜੁਆਇਨ ਕੀਤੀ ਸੀ ਉਦੋਂ ਪਹਿਲਾਂ ਕੋਈ ਸਿਆਸਤ ਨਾਲ ਤਾਲੁਕਾਤ ਨਹੀਂ ਸੀਗੇ। ਪਾਰਟੀ ਜੁਆਇਨ ਕਰੀ ਸੀ ਆਮ ਆਦਮੀ ਪਾਰਟੀ ਕਰਕੇ, ਇਹਦੀਆਂ ਨੀਤੀਆਂ ਕਰਕੇ, ਇਹਦੇ ਵਿਚਾਰ ਕਰਕੇ। ਪਰ ਹੁਣ ਜੇ ਮੈਂ ਗੱਲ ਕਰਾਂ ਤਾਂ ਜਿਹੜੇ ਸਿਧਾਂਤਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਸ਼ੁਰੂ ਹੋਈ ਸੀ, ਅੱਜ ਉਹਨਾਂ ਤੋਂ ਕੋਸੋਂ ਦੂਰ ਹੈ, ਭਟਕ ਚੁੱਕੀ ਹੈ ਬਿਲਕੁਲ। ਜਿਵੇਂ ਹਿੰਦੁਸਤਾਨ ਦੇ ਲੋਕਾਂ ਨੂੰ ਇਸ ਪਾਰਟੀ ਨਾਲ ਜੋੜਿਆ ਗਿਆ ਸੀ, ਜੋ ਗੱਲਾਂ ਕਰਕੇ ਜੋੜਿਆ ਗਿਆ ਸੀ ਵੀ ਆਮ ਲੋਕਾਂ ਦੀ ਪਾਰਟੀ ਹੋਊਗੀ, ਜੋ ਮਿਹਨਤ ਕਰੂਗਾ ਉਹਨੂੰ ਅੱਗੇ ਲਿਆਂਦਾ ਜਾਊਗਾ, ਜੋ ਸਿਧਾਂਤ ਸੀ ਸਾਰਿਆਂ ਤੋਂ ਭਟਕ ਚੁੱਕੇ ਹਾਂ ਅਸੀਂ ਅੱਜ। ਚਾਹੇ ਉਹ ਦਿੱਲੀ ਹੈ, ਚਾਹੇ ਉਹ ਪੰਜਾਬ ਹੈ। ਇੰਟਰਨਲ ਡੈਮੋਕ੍ਰੇਸੀ ਨਾਮ ਦੀ ਇਸ ਪਾਰਟੀ ਵਿੱਚ ਕੋਈ ਚੀਜ਼ ਨਹੀਂ ਹੈਗੀ। ਤੁਸੀਂ ਸਾਡੇ ਵਾਲੇ ਕੇਸ 'ਚ ਹੀ ਲੈ ਲਓ। ਮੈਂ 2014 ਤੋਂ ਪਾਰਟੀ ਦੇ ਨਾਲ ਜੁੜਿਆ। ਉਦੋਂ ਕਦੇ ਸੋਚਿਆ ਨਹੀਂ ਸੀ ਵੀ ਇਲੈਕਸ਼ਨ ਵੀ ਲੜਾਂਗੇ। ਉਦੋਂ ਤਾਂ ਸਿਰਫ ਰਾਜਨੀਤੀ ਨੂੰ ਬਦਲਣ ਵਾਸਤੇ ਹੀ ਆਏ ਸੀ। ਨਾ ਹੀ ਕਦੇ ਸੱਤਾ ਵੇਖੀ ਸੀ, ਨਾ ਹੀ ਕਦੇ ਤਾਕਤ ਵੇਖੀ ਸੀ। ਕਦੇ ਤਾਕਤ ਬਿਨਾਂ ਸਰਦਾ ਹੈ। ਪਰ ਆਮ ਆਦਮੀ ਪਾਰਟੀ ਜੁਆਇਨ ਕਰੀ, ਪਾਰਟੀ ਨੇ 2017 'ਚ ਮੌਕਾ ਦਿੱਤਾ, ਮਿਹਨਤ ਕਰੀ, ਇਲੈਕਸ਼ਨ ਲੜੇ, ਟੀਮ ਨਾਲ ਜੋੜੀ। ਉਸ ਤੋਂ ਬਾਅਦ ਲਗਾਤਾਰ ਮਿਹਨਤ ਕਰਦੇ ਆਏ ਹਾਂ। ਵੱਖ-ਵੱਖ ਅਹੁਦਿਆਂ 'ਤੇ ਮੈਂ ਰਿਹਾ, ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਵੀ ਰਿਹਾ, ਯੂਥ ਸਟੇਟ ਦਾ ਯੂਥ ਵਾਈਸ ਪ੍ਰੈਜ਼ੀਡੈਂਟ ਵੀ ਰਿਹਾ। ਜੋ ਜ਼ਿੰਮੇਵਾਰੀ ਦਿੱਤੀ ਉਹ ਆਪਦੀ ਤਨ ਮਨ ਧਨ ਨਾਲ ਨਿਭਾਈ ਹੈ। 6 ਮਹੀਨੇ ਪਹਿਲਾਂ ਸਾਨੂੰ 7 ਮਹੀਨੇ ਪਹਿਲਾਂ ਸਾਨੂੰ ਹਲਕਾ ਇੰਚਾਰਜ ਲਾਇਆ ਗਿਆ। ਪੰਜਾਬ ਦੇ ਵਿੱਚ ਲਗਭਗ 70-80% ਹਲਕਿਆਂ ਦੇ ਵਿੱਚ ਹਲਕਾ ਇੰਚਾਰਜਿਸ ਲਾਏ ਗਏ। ਇਹ ਗੱਲ ਤੁਸੀਂ ਵੀ ਜਾਣਦੇ ਹੋ ਵੀ ਇਲੈਕਸ਼ਨ ਦੇ ਨੇੜੇ ਹਲਕਾ ਇੰਚਾਰਜ ਉਸੇ ਬੰਦੇ ਨੂੰ ਲਾਇਆ ਜਾਂਦਾ ਜਿਹਨੂੰ ਇਲੈਕਸ਼ਨ ਲੜਾਉਣਾ ਹੁੰਦਾ। ਇਹ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੁੰਦੀ। ਸਾਡੇ ਤੋਂ ਕੰਮ ਵੀ ਉਸੇ ਤਰ੍ਹਾਂ ਦੇ ਹੀ ਕਰਾਏ ਗਏ। ਸਾਨੂੰ ਕਿਹਾ ਗਿਆ ਵੀ ਪੋਸਟਰ ਲਾ ਦਿਓ। ਜੋ ਕੰਮ ਹੁੰਦਾ ਸੀਗਾ ਉਹ ਮੇਰੇ ਤੇ ਮੇਰੀ ਟੀਮ ਦੇ ਥਰੂ ਹੀ ਹੁੰਦਾ ਸੀਗਾ। ਪਰ ਐਨ ਮੌਕੇ 'ਤੇ ਆ ਕੇ ਜਦੋਂ ਇਲੈਕਸ਼ਨ ਨੂੰ 1.5 ਮਹੀਨਾ ਰਹਿ ਗਿਆ, ਪਾਰਟੀ ਨੇ ਉਮੀਦਵਾਰ ਕਿਸੇ ਹੋਰ ਨੂੰ ਐਲਾਨਤਾ। ਇਹਨੂੰ ਹੁਣ ਕੀ ਸਮਝਿਆ ਜਾਵੇ? ਇਹ ਮੇਰੇ ਮਨ 'ਚ ਤਾਂ ਇੱਕੋ ਗੱਲ ਆਉਂਦੀ ਹੈ ਵੀ ਮੈਨੂੰ ਵਰਤ ਕੇ ਸਿੱਟਤਾ ਪਾਰਟੀ। ਮੈਨੂੰ ਤੁਸੀਂ ਹਲਕਾ ਇੰਚਾਰਜ ਹੀ ਨਾ ਲਾਉਂਦੇ, ਮੈਨੂੰ ਕੋਈ ਦੁੱਖ ਨਹੀਂ ਸੀ। ਪਾਰਟੀ ਦਾ ਫੈਸਲਾ ਸੀ, ਕਿਸੇ ਹੋਰ ਨੂੰ ਲਗਾ ਦਿੰਦੇ, ਮੈਂ ਖੁਸ਼ੀ ਨਾਲ ਚੱਲਦਾ ਵੀ ਪਿਛਲੀ ਵਾਰੀ ਆਪਾਂ ਨੂੰ ਮੌਕਾ ਮਿਲਿਆ ਸੀ, ਇਸ ਵਾਰੀ ਪਾਰਟੀ ਨੇ ਆਪਦਾ ਡਿਸੀਜਨ ਬਦਲ ਰਿਹਾ। ਕੋਈ ਗਿਲਾ ਨਹੀਂ ਸੀ ਉਸ ਗੱਲ ਦਾ। ਪਰ ਅੱਜ ਹਲਕਾ ਇੰਚਾਰਜ ਲਾ ਕੇ, ਮਿਹਨਤ ਕਰਾ ਕੇ, ਸਾਰਾ ਗਰਾਊਂਡ ਤਿਆਰ ਕਰਾ ਕੇ ਅੱਜ ਪਾਰਟੀ ਕਹਿ ਰਹੀ ਹੈ ਵੀ ਕੋਈ ਹੋਰ ਉਮੀਦਵਾਰ ਹੋਊਗਾ। ਚਲੋ ਉਮੀਦਵਾਰ ਵੀ ਬਦਲਣਾ ਵੀ ਸੀ, ਕੋਈ ਆਪਾਂ ਮੰਨ ਲੈਂਦੇ ਵੀ ਕੋਈ ਸੈਲੀਬ੍ਰਿਟੀ ਹੁੰਦਾ ਵੀ ਮੇਰੇ 'ਚ ਕੋਈ ਕਮੀ ਸੀਗੀ ਜੀ, ਤੁਹਾਡੇ 'ਚ ਆਹ ਕਮੀ ਹੈ ਤੇ ਤਾਂ ਤੁਹਾਨੂੰ ਬਦਲ ਰਹੇ ਹਾਂ ਵੀ ਆਹ ਤੁਹਾਡੇ ਤੋਂ ਸੀਨੀਅਰ ਬੰਦਾ ਲਿਆ ਰਹੇ ਹਾਂ, ਮੈਂ ਤਾਂ ਵੀ ਮੰਨ ਲੈਂਦਾ। ਇੱਕ ਪਾਸੇ ਤਾਂ ਲੀਡਰਸ਼ਿਪ ਇਹ ਗੱਲ ਕਹਿੰਦੀ ਹੈ, ਹਾਲਾਂਕਿ ਮੇਰੀ ਨਿੱਜੀ ਰਾਏ ਨਹੀਂ, ਮੈਂ ਕਿਸੇ ਵੀ ਪਾਰਟੀ ਦੇ ਬੰਦੇ ਨੂੰ ਮਾੜਾ ਚੰਗਾ ਨਹੀਂ ਬੋਲਦਾ। ਲੀਡਰਸ਼ਿਪ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਕੂੜਾ ਕਹਿੰਦੀ ਹੈ। ਫਿਰ ਉਸੇ ਕੂੜੇ ਨੂੰ ਆਪਾਂ ਲਿਆ ਕੇ ਕਿਉਂ ਨਵਾਜ ਦਿੰਦੇ ਟਿਕਟਾਂ ਦੇ ਨਾਲ, ਕਿਉਂ ਆਪਾਂ ਆਗੂ ਬਣਾ ਦਿੰਦੇ ਉਹਨਾਂ ਨੂੰ? ਇਹ ਇਕੱਲਾ ਫਾਜ਼ਿਲਕਾ ਦੇ ਵਿੱਚ ਨਹੀਂ ਹੋਇਆ, ਬਹੁਤ ਸਾਰੀਆਂ ਸੀਟਾਂ 'ਤੇ ਹੋਇਆ। ਆਮ ਆਦਮੀ ਦੂਜੀਆਂ ਪਾਰਟੀਆਂ ਦਾ ਮੈਨੂੰ ਨਹੀਂ ਪਤਾ ਕੀ ਹੁੰਦਾ। ਆਮ ਆਦਮੀ ਪਾਰਟੀ ਦੇ ਵਿੱਚ ਜਿੰਨਾ ਕੁ ਸਮਾਂ ਮੈਂ ਦੇਖਿਆ ਹੈ, ਅੱਜ ਦਿੱਕਤਾਂ ਕਿਉਂ ਆ ਰਹੀਆਂ ਵੀ ਹਰ ਬੰਦੇ ਨੂੰ ਇੱਕੋ ਸੁਪਨਾ ਵਿਖਾਇਆ ਜਾਂਦਾ, ਤੂੰ ਪਾਰਟੀ ਜੁਆਇਨ ਕਰ ਲੈ, ਤੈਨੂੰ ਟਿਕਟ ਦੇ ਦਿਆਂਗੇ। ਇੱਥੋਂ ਤੱਕ ਕਿ ਕੁਝ ਬੰਦਿਆਂ ਦੇ ਕਈ ਹਲਕਿਆਂ ਦੇ ਵਿੱਚ ਇਹਨਾਂ ਨੇ
ਜਿਹੜੇ ਜੌਬ ਕਰਦੇ ਸੀ, ਚੰਗੇ ਸਮਾਜ ਸੇਵੀ ਸੀ, ਉਹਨਾਂ ਦੇ ਰੈਜ਼ਿਗਨੇਸ਼ਨਸ ਦਵਾਤੇ ਵੀ ਤੁਹਾਨੂੰ ਟਿਕਟ ਦੇਾਂਗੇ ਜੀ, ਤੁਸੀਂ ਪਾਰਟੀ ਜੁਆਇਨ ਕਰੋ। ਬਾਅਦ ਚ ਉਸ ਗੱਲ ਤੋਂ ਮੁੱਕਰ ਜਾਂਦੇ ਆ। ਪਤਾ ਨਹੀਂ ਕਿੰਨੇ ਕੁ ਲੋਕਾਂ ਦਾ ਨੁਕਸਾਨ ਕਰਾਤਾ ਇਹਨਾਂ ਨੇ। ਫਿਰ ਢੰਡੋਰਾ ਆਪਾਂ ਪਿੱਟਣਾ ਵੀ ਅਸੀਂ ਆਮ ਆਦਮੀ ਆ। ਕਿੰਨੇ ਪਾਰਟੀ ਦੇ ਵਰਕਰਾਂ ਦਾ ਦੁੱਖ ਸੁੱਖ ਹੁੰਦਾ ਹੈ। ਕੇਜਰੀਵਾਲ ਸਾਹਿਬ ਕਿਤੇ ਨਹੀਂ ਗਏ ਅੱਜ ਤਾਈਂ। ਸੇਵਾ ਸਿੰਘ ਸੇਖਵਾਂ ਜੀ ਚਲੋ ਦੁਨੀਆ ਤੇ ਨਹੀਂ ਹੈਗੇ ਅੱਜ, ਉਹਨਾਂ ਦਾ ਅਕਾਲ ਚਲਾਣਾ ਹੁੰਦਾ ਤਾਂ ਕੇਜਰੀਵਾਲ ਸਾਹਿਬ ਖੁਦ ਚਲੇ ਜਾਂਦੇ ਆ। ਹੋਰ ਕਿਸੇ ਵਰਕਰ ਦੇ ਨਾਲ ਅੱਜ ਤਾਈਂ ਚਲੇ ਗਏ। ਫਿਰ ਆਮ ਆਦਮੀ ਪਾਰਟੀ ਹੋਈ ਕਾਹਦੀ ਹੋ ਗਈ ਤਾਂ ਖਾਸ ਆਦਮੀ ਪਾਰਟੀ ਹੋ ਗਈ। ਮੈਂ ਅੱਜ ਵੀ ਉਹੀ ਹਾਂ ਜੋ ਪਹਿਲਾਂ ਸੀ। ਮੈਂ ਆਪਦੇ ਵਿੱਚ ਉਸ ਵਿਚਾਰ ਨਾਲ ਜੁੜਿਆ ਹੋਇਆ ਸੀ, ਪਰ ਹੁਣ ਮਨ ਨਹੀਂ ਕਰਦਾ। ਹੁਣ ਤਾਂ ਇਹ ਮਹਿਸੂਸ ਹੁੰਦਾ ਵੀ ਜੇ ਅਸੀਂ ਕਿਸੇ ਨੂੰ ਆਮ ਆਦਮੀ ਪਾਰਟੀ ਨਾਲ ਲੱਗਣ ਨੂੰ ਕਹਿੰਦੇ ਨਾ, ਵੋਟ ਪਾਉਣ ਨੂੰ ਕਹਿੰਦੇ, ਅਸੀਂ ਉਹਨੂੰ ਗੁੰਮਰਾਹ ਕਰ ਰਹੇ ਹਾਂ। ਸੋ ਅੱਜ ਸਾਰੀ ਟੀਮ ਦੇ ਨਾਲ ਰਹਿ ਕਰਕੇ, ਸਮੁੱਚੀ ਸਾਡੀ ਟੀਮ ਹੈ। ਮੇਰੇ ਨਾਲ ਵੂਮਨ ਵਿੰਗ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਮੈਡਮ ਚਰਜੀਤ ਕੌਰ ਮੈਣੀ ਜੀ ਬੈਠੇ ਹੈ। ਸਾਡੇ ਸ਼ਹਿਰ ਦੇ ਬਲਾਕ ਪ੍ਰਧਾਨ ਭਜਨ ਲਾਲ ਜੀ ਬੈਠੇ, ਇਹਨਾਂ ਦੇ ਵਾਈਫ ਸ਼ਹਿਰ ਦੇ 1 ਨੰਬਰ ਵਾਰਡ ਤੋਂ MC ਵੀ ਹੈ। ਰਜੇਸ਼ ਕਾਲੜਾ ਜੀ ਬੈਠੇ ਹੈ, ਸਾਡੇ ਵਾਈਸ ਪ੍ਰੈਜ਼ੀਡੈਂਟ ਹੈ ਲੀਗਲ ਸੈੱਲ ਦੇ। ਪ੍ਰੋਫੈਸਰ ਤ੍ਰਿਭਵਨ ਰਾਮ ਜੀ ਬੈਠੇ, ਰਿਟਾਇਰਡ ਪ੍ਰਿੰਸੀਪਲ ਹੈ, ਇਹ ਸਾਡੇ ਬੁੱਧੀਜੀਵੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਹੈ। ਨਰੇਸ਼ ਰਾਜਦੇਵ ਜੀ ਬੈਠੇ ਹੈ, ਇਹ ਸਾਡੇ ਸਮਾਜ ਸੇਵੀ ਹੈ ਤੇ ਆਮ ਆਦਮੀ ਪਾਰਟੀ ਦੇ ਵਿੱਚ ਵਪਾਰ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਹੈ। ਇਹ ਨਾਲ ਸੂਬੇਦਾਰ ਚੰਦ ਸਿੰਘ ਜੀ ਬੈਠੇ ਹੈ, ਇਹ ਸਾਡੇ ਐਕਸ ਸਰਵਿਸਮੈਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹੈ ਪਾਰਟੀ ਦੇ। ਜਿੰਨੇ ਵੀ ਸਾਡੇ ਸਰਕਲ ਇੰਚਾਰਜਿਸ ਹੈ, ਕੁਛ ਵਾਰਡ 'ਚੋਂ MC ਲੜੇ ਹੋਏ MC ਪ੍ਰਧਾਨ ਹੈ, ਸਾਰਿਆਂ ਦੀ ਲਿਸਟ ਤੁਹਾਨੂੰ ਅਸੀਂ ਦੇ ਦਿਆਂਗੇ। ਸਾਰੇ ਅੱਜ ਪਾਰਟੀ ਤੋਂ ਅਸਤੀਫਾ ਦੇ ਰਹੇ। ਲਿਖਤ ਰੈਜ਼ਿਗਨੇਸ਼ਨ ਦੇ ਦਿੱਤਾ ਗਿਆ? ਹਾਂਜੀ, ਨਹੀਂ ਮੈਂ ਆਲਮੋਸਟ ਰੈਡੀ ਹੈ, ਹੁਣੇ ਚਲਾ ਜਾਊਗਾ ਨਾਲ ਦੀ ਨਾਲ। ਕੀ ਨਵੀਂ ਪਾਰਟੀ ਜੁਆਇਨ ਕਰਨ ਦਾ ਕੋਈ ਵਿਚਾਰ ਹੈ? ਨਹੀਂ, ਹਜੇ ਤੱਕ ਕੋਈ ਵਿਚਾਰ ਨਹੀਂ ਬਣਾਇਆ ਜੀ। ਮੈਂ ਵੇਟ ਕਰ ਰਿਹਾ ਸੀਗਾ ਵੀ ਪਾਰਟੀ ਕਿਤੇ ਨਾ ਕਿਤੇ ਨਿਆਂ ਕਰੂਗੀ, ਪਰ ਨਹੀਂ, ਇਹਨਾਂ ਨੂੰ ਕੋਈ मतलब नहीं किसी पार्टी के वर्कर का। जो आपने इस्तेमाल किए शब्द की दूसरी पार्टी के लोगों को कूड़ा कहते हैं, तो आप ये कहना चाह रहे हैं कि कूड़े को किसी कूड़े को टिकट दे दिए? ਇਹਨਾਂ ਦੇ ਮੁਤਾਬਕ ਤਾਂ ਫਿਰ ਉਹੀ ਗੱਲ ਹੋ ਗਈ ਨਾ ਜੀ। ਮੈਨੂੰ ਤਾਂ ਸੰਸਕਾਰ ਇਹ ਦਿੱਤੇ ਮੇਰੇ ਘਰਦਿਆਂ ਨੇ, ਮੈਂ ਕਿਸੇ ਨੂੰ ਮੰਦਾ ਚੰਗਾ ਨਹੀਂ ਬੋਲਦਾ ਜੀ। ਮੈਂ ਪੋਜ਼ਿਟਿਵ ਰਾਜਨੀਤੀ ਕੀਤੀ ਹਮੇਸ਼ਾ, ਪਰ ਇਹਨਾਂ ਦੇ ਹਿਸਾਬ ਨਾਲ ਦੇਖੀਏ ਤਾਂ ਫਿਰ ਉਹੀ ਕੰਮ ਹੋਇਆ। ਜਿਹੜਾ ਤੁਸੀਂ ਸਰਵੇ ਕਰਵਾਇਆ ਸੀਗਾ ਫੋਨ ਕਾਲ ਦੇ ਜਿਹੜੇ, ਉਹਦਾ ਕੀ ਰਿਸਪੌਂਸ ਹੈ? ਉਹ ਹਜੇ ਵੀ ਚੱਲ ਰਿਹਾ ਜੀ ਸਰਵੇ। ਆਜ਼ਾਦ ਚੋਣਾਂ ਲੜਨ ਦਾ ਜਿਹੜਾ ਨਿਰਣਾ ਲਿੱਤਾ ਗਿਆ ਉਸ ਸਰਵੇ ਦੇ ਆਧਾਰ ਤੇ ਲਿੱਤਾ ਗਿਆ ਕਿ ਉਸ ਤੋਂ ਬਾਅਦ ਕੋਈ ਨਵੀਂ ਹੋਰ ਰਣਨੀਤੀ ਅਪਣਾਈ ਜਾਏਗੀ? ਦੇਖੋ ਜੀ, ਸਰਵੇ ਦੇ ਵਿੱਚ ਇੱਕ ਗੱਲ ਤਾਂ ਸਾਹਮਣੇ ਆ ਗਈ ਵੀ ਆਮ ਆਦਮੀ ਪਾਰਟੀ ਦਾ ਤਾਂ ਕਿਸੇ ਨੇ ਸਮਰਥਨ ਨਹੀਂ ਕੀਤਾ ਵੀ ਆਮ ਆਦਮੀ ਪਾਰਟੀ ਦੇ ਵਿੱਚ ਰਹੋ। ਗੱਲ ਹੁਣ ਕੋਈ ਰਾਜਨੀਤੀ ਦੀ ਗੱਲ ਨਹੀਂ ਰਹੀ, ਹੁਣ ਤਾਂ ਇੱਕ ਸੈਲਫ ਰਿਸਪੈਕਟ ਦੀ ਗੱਲ ਹੈ ਵੀ ਸਾਨੂੰ ਵਰਤ ਕੇ ਤੇ ਪਾਰਟੀ ਨੇ ਸਿੱਟਤਾ। ਚੋਣਾਂ ਸਿਰ ਤੇ ਹਨ ਕਿ ਆਜ਼ਾਦ ਚੋਣਾਂ ਲੜੋਗੇ? ਇਹ ਆਉਣ ਵਾਲੇ ਦਿਨਾਂ 'ਚ ਫੈਸਲਾ ਕਰਾਂਗੇ। किसी ने आपसे कमिटमेंट करी थी कि आपको ही टिकट दी जाएगी या सिर्फ हल्का इंचार्ज ही बनाया? ਦੇਖੋ, ਹਲਕਾ ਇੰਚਾਰਜ ਆਪਦੇ ਆਪ 'ਚ ਇਲੈਕਸ਼ਨ ਦੇ ਨੇੜੇ ਕਮਿਟਮੈਂਟ ਹੀ ਹੁੰਦੀ ਹੈ ਟਿਕਟ ਦੀ। ਫਿਰ ਜਿਹੜੇ ਹਿਸਾਬ ਨਾਲ ਸਾਨੂੰ ਆਬਜ਼ਰਵਰ ਸਾਡੇ ਤੋਂ ਕੰਮ ਕਰਾਉਂਦੇ ਸੀਗੇ, ਉਹ ਟਿਕਟ ਹੀ ਸੀਗੀ। ਸਾਨੂੰ ਟੋਟਲ ਕੰਮ ਸਾਡੇ ਥਰੂ ਹੁੰਦਾ ਸੀਗਾ। ਪਤਾ ਨਹੀਂ ਕਿੰਨੇ ਕਿ ਸਾਡੇ ਤੋਂ ਪੈਸੇ ਲਵਾਏ ਜਾਂਦੇ ਸੀ, ਸਾਰਾ ਕੁਝ ਅਸੀਂ ਕਰਦੇ ਸੀ। लेकिन आप पार्टी को दावा ਸੀ ਕਿ ਹਲਕਾ ਇੰਚਾਰਜ ਆ ਸੀ, ਟਿਕਟ ਨਾ ਪੱਕੀ ਸਮਝ ਕੇ ਕੈਂਡੀਡੇਟ ਨਾ ਸਮਝ। ਫਿਰ ਇਕੱਲਾ ਫਾਜ਼ਿਲਕਾ ਦੇ ਵਿੱਚ ਹੀ ਕਿਉਂ ਬਦਲਿਆ ਜੀ? ਹੋਰ ਨਾ ਕਿਤੇ ਬਦਲਤਾ। ਤੇ ਮੈਂ ਇਹ ਵੀ ਗੱਲ ਕਹਿਣਾ ਵੀ ਇਹਨਾਂ ਦੇ ਸਿਸਟਮ ਦੇ ਅਕੋਰਡਿੰਗ ਜਿਹੜਾ ਵੀ ਕ੍ਰਾਈਟੇਰੀਆ ਹੁੰਦਾ ਹੈ, ਕੋਈ ਡਾਟਾ ਕਲੈਕਸ਼ਨ ਦਾ ਜਾਂ ਕੋਈ ਵੀ ਕੈਂਪੇਨ ਚੱਲਦੀ ਹੈ, ਮੇਰਾ ਕੰਪੈਰੀਜ਼ਨ ਕਰ ਲੈਣ ਕਿਸੇ ਹੋਰ ਹਲਕੇ ਦੇ ਹਲਕਾ ਇੰਚਾਰਜਿਸ ਨਾਲ। ਕਿਸੇ ਜਗ੍ਹਾ ਤੇ ਵੀ ਮੈਂ ਕਮਜ਼ੋਰ ਨਹੀਂ ਸੀਗਾ। ਪਿਛਲੇ ਕਈ ਸਾਲਾਂ ਚੱਲ ਰਿਹਾ ਪਾਰਟੀ ਦਾ ਸੰਗਠਨ, ਕਿੰਨਾ ਕਾਡਰ ਮੰਨਦੇ ਹੋ ਤੁਸੀਂ ਇਸ ਟਾਈਮ ਪਾਰਟੀ ਦਾ ਹੈਗਾ? ਦੇਖੋ, ਪਾਰਟੀ ਦਾ ਕੈਡਰ ਤਾਂ ਕਾਫੀ ਸੀਗਾ। ਮੈਂ ਸਮਝਦਾ ਬਰੋਬਰ ਹੀ ਸੀਗਾ ਦੂਜੀਆਂ ਪਾਰਟੀਆਂ ਦੇ, ਪਰ ਹੁਣ ਸਾਰਾ ਨਿਰਾਸ਼ ਬੈਠਾ ਘਰੇ ਵੀ ਆ ਸਾਡੇ ਨਾਲ ਹੋ ਕੀ ਗਿਆ ਵੀ ਜਿਹੜੀਆਂ ਪਾਰਟੀਆਂ ਨੂੰ ਅਸੀਂ ਮੰਦਾ ਚੰਗਾ ਬੋਲਦੇ ਆ ਵੀ ਉਹ ਸਾਡੇ ਨਾਲ ਧੋਖਾ ਕਰ ਰਹੀਆਂ, ਤੇ ਅੱਜ ਉਹਨਾਂ ਪਾਰਟੀਆਂ ਤੋਂ ਹੀ ਲਿਆ ਕੇ ਬੰਦਾ। ਹੁਣ ਮੈਨੂੰ ਦੱਸੋ ਵੀ ਭਗਵੰਤ ਮਾਨ ਜੀ ਤਾੜੀਆਂ ਮਰਾਉਣ ਲਈ ਲੋਕਾਂ ਨੂੰ ਇਹ ਕਹਿੰਦੇ ਜੀ ਵੀ ਮੰਟਾ ਸ਼ੰਟਾ ਰੋਜੀ ਨੋਨੀ ਬੰਟੀ ਇਹਨਾਂ ਦਾ ਨਾਂ ਲੈਂਦੇ ਵੀ ਇਹ ਰੇਤੇ ਦੀਆਂ ਖੱਡਾਂ ਚਲਾਉਂਦੇ ਆ। ਕੋਈ ਰੇਤੇ ਦੇ ਖੱਡਾਂ 'ਤੇ ਆਪ ਥੋੜੀ ਬੈਠਦੇ ਆ, ਉਹ ਇਹੀ ਬੰਦੇ ਬੈਠਦੇ ਜਿਨ੍ਹਾਂ ਨੂੰ ਲਿਆ ਕੇ ਪਾਰਟੀ ਦੀਆਂ ਟਿਕਟਾਂ ਦੇਈ ਜਾਂਦੇ ਆ। ਆਪ ਨਹੀਂ ਬੈਠਦੇ ਸੀ ਰੇਤਾਂ ਦੀਆਂ ਖੱਡਾਂ 'ਤੇ। ਉਹ आम आदमी पार्टी फाजिलका में जो किसी कैंडिडेट को लाई है, आप मानते हैं कि वो फाइट में या किस तरह की लड़ाई है फाजिलका में?
ਲੜਾਈ 'ਚ ਤਾਂ ਹੈ ਹੀ ਨਹੀਂ ਨਾ ਜੀ ਉਹ। ਤੁਸੀਂ ਵੇਖ ਹੀ ਰਹੇ ਹੋ, ਜੇ ਪਾਰਟੀ ਦੇ ਮੇਨ ਅਹੁਦੇਦਾਰ ਅੱਜ ਰਿਜ਼ਾਈਨ ਕਰ ਰਹੇ ਆ ਪਾਰਟੀ ਤੋਂ, ਤੇ ਫਾਈਟ 'ਚ ਕੀ ਰਹਿ ਗਿਆ ਜੀ ਮਗਰ? ਸਰ ਤੁਹਾਡੇ ਨਾਲ ਲਗਭਗ ਕਿੰਨੇ ਵਰਕਰਾਂ ਨੇ ਹੋਰ ਰਿਜ਼ਾਈਨ ਪਾਇਆ ਜੀ ਆਮ ਆਦਮੀ ਪਾਰਟੀ ਵਰਕਰ ਤਾਂ ਤਕਰੀਬਨ ਸਾਰੇ ਹੀ ਛੱਡ ਗਏ ਜੀ ਪਾਰਟੀ। ਸਿਰਫ ਇਹ ਤਾਂ ਅੱਜ ਅਹੁਦੇਦਾਰ, ਕੁਝ ਅਹੁਦੇਦਾਰਾਂ ਦੀ ਮੈਂ ਗੱਲ ਕਰ ਰਿਹਾ, ਸਰ ਸੰਖਿਆ ਦੀ ਗੱਲ ਕੀਤੀ ਅੱਜ ਕਿੰਨੀ ਸੰਖਿਆ ਉਹਦੇ ਦਰ 200-250 ਅਹੁਦੇਦਾਰ ਅੱਜ ਰਿਜ਼ਾਈਨ ਕਰ ਰਹੇ ਜੀ ਪਾਰਟੀ। ਫਾਜ਼ਿਲਕਾ ਜ਼ਿਲ੍ਹੇ ਦੇ ਫਾਜ਼ਿਲਕਾ ਹਲਕੇ ਦਾ ਜੀ, ਜ਼ਿਲ੍ਹੇ ਦਾ ਨਹੀਂ। ਮੈਂ ਹਾਂ ਜ਼ਿਲ੍ਹੇ ਦੇ ਵੀ ਹੋ ਗਏ, ਜਿਹੜੇ ਮੇਰੇ ਨਾਲ ਬੈਠੇ ਜ਼ਿਲ੍ਹੇ ਦੇ ਹੋ ਗਏ, ਪਰ ਮੇਨ ਇਹ ਕੰਸਰਨਡ ਸਾਰੇ ਫਾਜ਼ਿਲਕਾ ਹਲਕੇ ਨਾਲ ਹੀ ਹੈ। और इलेक्शन में किधर जाना है आपने, उसको लेकर कब डिसीजन बताएंगे आप? ਉਹ ਸਾਰੀ ਸਾਡੀ ਟੀਮ ਡਿਸਾਈਡ ਕਰੂਗੀ ਜੀ। ਇਹੀ ਜਿਹੜੀ ਟੀਮ ਹੈ ਇਹੀ ਅਸੀਂ ਬੈਠ ਕੇ ਡਿਸਾਈਡ ਕਦ ਕਰਾਂਗੇ ਤੱਕ ਅਨਾਉਂਸ ਕੀਤਾ ਜਾਏਗਾ? ਜਲਦੀ ਆਉਣ ਵਾਲੇ ਦਿਨਾਂ ਦੇ ਵਿੱਚ। ਸਰਵੀਰ ਜੀ ਜਿਹੜਾ ਸਰਵੇ ਕੀਤਾ ਸੀ ਇਹਨਾਂ ਵੱਲੋਂ ਉਹਦੇ ਸਰਵੇ ਕਰਨ ਆਏ ਸੀ, ਉਹਦੇ ਵਿੱਚ ਕਿ ਇਹ ਜਿਹੜਾ ਕੈਂਡੀਡੇਟ ਜਲਾਲਾਬਾਦ ਤੋਂ ਦਿੱਤਾ ਹੈ ਆਮ ਆਦਮੀ ਪਾਰਟੀ ਨੇ, ਉਹਦੇ ਵਾਸਤੇ ਵੀਡੀਓ ਵਾਇਰਲ ਹੋਈ ਸੀ। ਤੁਸੀਂ ਹੁਣ ਵੀ ਟ੍ਰਿਬਿਊਨ ਅਖਬਾਰ ਦੇ ਵਿੱਚ ਸਰਚ ਕਰੋ, ਉਹਦੇ ਤੇ ਫੋਟੋ ਬੈਠਾ ਉਹਦੇ ਖਾਨ ਸਾਹਿਬ ਨਾਲ ਖੜੇ ਨੇ। 2007 ਦੀ ਹੈ ਉਹ। ਸਾਦੀ ਗੱਲ ਹੈ ਕਿ ਸਰਵੇ 'ਚ ਗੱਲ ਰੱਖੀ ਕਿਉਂ ਨਾ ਅੱਗੇ, ਪਤਾ ਉਹਨੂੰ ਗੱਲ ਦਾ। ਦੇਖੋ ਜੀ, ਇਹ ਗੱਲ ਤਾਂ ਮੇਰੇ ਹਿਸਾਬ ਜਿਹੜੀ ਕੋਈ ਅਵੇਅਰ ਪੋਲੀਟੀਕਲ ਪਾਰਟੀ ਹੈ ਉਹਨੂੰ ਸਾਰਿਆਂ ਨੂੰ ਪਤਾ ਹੈ ਵੀ ਕੀ ਕਿਸੇ ਦਾ ਕੀ ਬੈਕਗ੍ਰਾਉਂਡ ਹੈ। ਠੀਕ ਹੈ, ਹੁਣ ਤਾਂ ਇਲੈਕਸ਼ਨ ਕਮਿਸ਼ਨ ਵੀ ਪੂਰਾ ਸਤਰਕ ਹੈ ਇਸ ਗੱਲ ਨੂੰ ਲੈ ਕੇ। ਉਹ ਵੀ ਐਪ ਵੀ ਉਹਨਾਂ ਨੇ ਲਾਂਚ ਕੀਤੀ ਹੈ ਵੀ ਕੈਂਡੀਡੇਟ ਬਾਰੇ ਪਤਾ ਤਾਂ ਹੋਵੇ ਨਾ ਜੀ ਸਾਰੇ ਬੰਦਿਆਂ ਨੂੰ, ਜਿਹੜਾ ਵੀ ਸਾਡਾ ਕੈਂਡੀਡੇਟ ਹੈ ਇਸ ਪਾਰਟੀ ਤੋਂ। ਉਵੇਂ ਹੀ ਬੱਲੂਆਣੇ ਤੋਂ ਜਿੰਦੀ ਆ ਤੋਂ ਟਿਕਟ ਮਿਲ ਕੁਝ ਦਿਨ ਪਹਿਲਾਂ ਇਹ ਵੀਡੀਓ ਵਾਇਰਲ ਹੋਈ ਸੀ ਸਿਲੰਡਰ ਗੈਸ ਵਾਲੀ ਜੀ। ਸੋ ਬੜੇ ਉਹੀ ਮੈਂ ਗੱਲ ਕਰ ਰਿਹਾ ਨਾ ਜੀ, ਬਹੁਤ ਆਰੋਪ ਲੱਗ ਰਹੇ ਇਹਨਾਂ ਦੇ ਕੈਂਡੀਡੇਟਸ ਤੇ ਆਮ ਆਦਮੀ ਪਾਰਟੀ ਦੇ ਤੇ ਜਿਹੜੇ ਕ੍ਰਾਈਟੇਰੀਆ ਦੀ ਗੱਲ ਕਰਦੇ ਸੀਗੇ 3 C's ਦੀ ਕਰਪਸ਼ਨ, ਕਰੈਕਟਰ, ਕ੍ਰਿਮੀਨਲ ਬੈਕਗ੍ਰਾਉਂਡ ਵਾਲੀ, ਉਹਦੇ ਤੇ ਕੋਈ ਖਰਾ ਉਤਰਦਾ ਹੀ ਨਹੀਂ। ਤੇ ਕੇਜਰੀਵਾਲ ਨੇ ਇੱਕ ਰੋਬ ਲਗਾਈ ਸੀ ਮੀਡੀਆ ਤੇ, ਉਸ ਨੂੰ ਆਪ ਮਾਫੀ ਮੰਗ ਗਿਆ ਸੀਗਾ। ਜੇ ਹੁਣ ਲੋਕਾਂ ਨੇ ਰੋਬ ਲਗਾਏ ਨੇ ਟਿਕਟਾਂ ਵੇਚਣ ਦੇ ਤੇ ਕਹਿੰਦਾ ਮੈਂ ਪਰਚੇ ਕਰਾਵਾਂਗਾ ਜਾਂ ਕਰ ਵੀ ਕਰਾਂਗਾ ਉਹਨਾਂ ਤੇ। ਉਹੀ ਗੱਲ ਹੋ ਗਈ ਨਾ ਜੀ, ਵੀ ਮੇਰੇ ਤੇ ਉਹ ਚੀਜ਼ ਲਾਗੂ ਨਹੀਂ ਹੁੰਦੀ। ਦੂਜਾ ਉਹ ਗੱਲ ਮੰਨੇ, ਹੁਣ ਤੁਸੀਂ ਦੇਖੋ ਅੱਜ ਤੋਂ 3-4 ਮਹੀਨੇ ਪਹਿਲਾਂ ਦੁਬਾਰਾ ਕੇਜਰੀਵਾਲ ਸਾਹਿਬ ਕਨਵੀਨਰ ਬਣੇ ਆਮ ਆਦਮੀ ਪਾਰਟੀ ਦੇ, ਤੇ ਖੁਦ ਕਨਵੀਨਰ ਬਣੀ ਜਾਂਦੇ ਤੀਜੀ ਚੌਥੀ ਵਾਰੀ, ਤੇ ਨਾਲ ਨਸੀਹਤ ਦੇ ਰਹੇ ਆ ਲੋਕਾਂ ਨੂੰ ਵੀ ਇੱਥੇ ਕੋਈ ਬੰਦਾ ਅਹੁਦਿਆਂ ਵਾਸਤੇ ਨਾ ਆਵੇ, ਕੰਮ ਕਰੋ ਕਿ ਇਹੋ ਜਿਹਾ ਵੀ ਕੇਜਰੀਵਾਲ ਤੁਹਾਡੇ ਘਰੇ ਖੁਦ ਆਵੇ। ਵੀ ਇਮਾਨਦਾਰੀ ਦਾ ਠੇਕਾ ਥੋੜੀ ਕਿਸੇ ਨੇ ਇੱਕ ਬੰਦੇ ਨੇ ਲੈ ਲਿਆ। ਫਿਰ ਜਿਹੜੇ ਬੰਦਿਆਂ ਨੂੰ ਟਿਕਟਾਂ ਦੇ ਰਹੇ ਆ ਇਹ, ਉਹਨਾਂ ਨੇ ਇਹੋ ਜਿਹਾ ਕੀ ਇਮਾਨਦਾਰੀ ਦਾ ਕੰਮ ਕਰ ਰਿਹਾ ਵੀ ਜਿਹੜਾ ਘਰੇ ਜਾ ਕੇ ਆਪਾਂ ਇੱਕ ਦਿਨ ਪਹਿਲਾਂ ਜੁਆਇਨ ਕਰਾ ਕੇ ਤੇ ਉਹਨਾਂ ਨੂੰ ਆਪਾਂ टिकट दी जाने। समरवीर जी, आपके रिजाइन करने से आपको नहीं लगता कि सीधा फायदा कांग्रेस को होगा फाजिलका में? देखो जी, मैनू ये नहीं पता भी किनू फायदा होंदा है। गल तां हर बंदे दे आपदे विचार दी है। मेरा मन ही नहीं मानदा मैं क्यों गुमराह करा किसी नू। पिछले कुछ दिनों तो अफवाहां भी उड़ाईयां जा रही हैं। आम आदमी पार्टी वाले कह रहे भी साडे नाल ही है, दूजियां पार्टियां वाले कहंदे साडे वल आ जाऊगा। सो हजे तक कोई डिसीजन नहीं लिया। एक डिसीजन क्लीयर करता भी आम आदमी पार्टी नाल नहीं है। सर डिसीजन लैन च इन्ना टाइम क्यों लग रहा है? देखो जी, मैं शुरू करदे ने ही गल बोली सी, मैं तो कदे सोचिया नहीं सी भी आम आदमी पार्टी छड्डूंगा। मेरे हत्थे अज बहुत वड्डा स्टैप है जिहड़ा मैं च ले लिया। सो मैं तो लॉन्ग टर्म सोच के ही, कोई ये नहीं गा भी कोई सत्ता का लालच है या कोई चेयरमैनिंग का लालच है या कुछ है। मैं तो अगांह जो भी फैसला करूँगा भी लॉन्ग टर्म का सोच के ही करूँगा भी मैं कित्थे आपदे वर्करां नाल, आपदे शहर नाल न्याय कर सकदा। सब तो वड्डी गल मेरे तो ये, मेरी टिकट भावें खो ली, मेरे तो इन्होंने जो मेरा राजनीतिक करियर खोण की कोशिश की है, पर फाजिलका दे लोकां दा प्यार नहीं मेरे तो खो सकते। वो मैनूं माण है, मेरे नाल है लोग। किस किस पार्टी ने अप्रोच किया है आपको? नहीं चलो एक कुछ गल्लां हुंदियां नहीं करन वालियां हुंदियां, ते कोई नहीं आने वाले दिनां च गल तो किया है कि नहीं। अप्रोच तो करदे ही है। वेखो जी, ये आम आदमी पार्टी वालियां नूं आपदे वर्करां दी कदर है नहीं। दूजियां पार्टियां तो मैं समझदा भी अप्रोच भी अगले करते हैं, गांह की करते ये नहीं पता, पर अगलियां नूं हुंदा है भी साडे नाल कोई चंगा बंदा आके जुड़े। पार्टी कैंडिडेट जिहड़ा बनाया गया जी उन्हां वल्लों अप्रोच कीती गई, कोई मिलिया गया तुहानूं? मैनूं मिले एक दो वारी जेकर पार्टी हाईकमान ਨੂੰ ਤੁਹਾਨੂੰ ਕੋਈ ਵੱਡਾ ਅਹੁਦਾ ਮਿਲਦਾ ਕੀ ਵਾਪਸੀ ਹੋ ਸਕਦੀ ਹੈ ਆਮ ਪਾਰਟੀ? ਅਹੁਦਿਆਂ ਦੀ ਗੱਲ ਨਹੀਂ ਹੈਗੀ ਜੀ, ਅਸੂਲਾਂ ਦੀ ਗੱਲ। ਅਹੁਦੇ ਲੈਣੇ ਹੁੰਦੇ ਤਾਂ ਅਹੁਦੇ ਤਾਂ ਮੈਨੂੰ ਡੇ 1 ਤੋਂ ਦੇਈ ਜਾਂਦੇ ਜੀ ਉਹ। ਪਰ ਮੈਨੂੰ ਇਹ ਗੱਲ ਤਾਂ ਸਪਸ਼ਟੀਕਰਨ ਤਾਂ ਦੇ ਦੇਣਾ ਜੀ ਮੇਰੇ ਗਲਤੀ ਕੀ ਸੀ। ਜੇ ਮੰਨ ਲਓ ਹਾਂਜੀ, ਸ਼ਾਇਦ ਗਲਤੀ ਥੋੜੀ ਤੁਹਾਡੇ ਆਰੋਪ ਹੈ ਨਹੀਂ ਕੋਈ, ਜੇ ਆਰੋਪ ਚਾਹੀਦਾ ਹੋਵੇ ਉਹਨਾਂ ਨੂੰ। ਜੇ ਉਹੀ ਗੱਲ ਆ ਗਈ ਨਾ ਜੀ, ਜੇ ਮੰਨ ਲਓ ਜੇ ਡੈਮੋਗ੍ਰਾਫੀ ਦੀ ਗੱਲ ਕਰਦੇ ਆ ਤੇ ਡੈਮੋਗ੍ਰਾਫੀ ਪੰਜਾਬ ਫਾਜ਼ਿਲਕਾ ਹਲਕੇ ਦੀ ਜਦੋਂ ਮੈਨੂੰ ਹਲਕਾ ਇੰਚਾਰਜ ਲਗਾਇਆ ਉਦੋਂ ਵੀ ਇਹੀ ਸੀ। ਕੋਈ ਕਾਸਟ ਕੰਬੀਨੇਸ਼ਨ ਬਾਅਦ 'ਚ ਤਾਂ ਬਦਲਿਆ ਨਹੀਂ। ਜੇ ਉਮੀਦਵਾਰ ਦੀ ਗੱਲ ਕਰੋ ਉਦੋਂ ਵੀ ਉਮੀਦਵਾਰ ਸੀਗਾ। ਫਿਰ ਤਾਂ ਕਲੀਅਰ ਹੀ ਸੀ ਨਾ ਵੀ ਵਰਤ ਇਹਨੂੰ ਲਓ, ਪੈਸੇ ਇਹਦੇ ਲਵਾ ਦਿਓ, ਜ਼ੋਰ ਇਹਦਾ ਲਵਾ ਦਿਓ। ਜਦੋਂ ਗਰਾਊਂਡ ਤਿਆਰ ਹੋ ਜੇ ਉਦੋਂ ਅਸੀਂ ਇਸ ਬੰਦੇ ਨੂੰ ਲਿਆ ਕੇ ਅੱਗੇ ਕਰ ਦੇਣਾ। ਤੁਸੀਂ ਕਹਿ ਰਹੇ ਆਮ ਆਦਮੀ ਪਾਰਟੀ ਆਪਦੇ ਲਕਸ਼ ਤੋਂ ਭਟਕ ਗਈ, ਜੇ ਤੁਹਾਨੂੰ ਟਿਕਟ ਦੇ ਦਿੱਤੀ ਤਾਂ ਆਪਦੇ ਲਕਸ਼ ਤੇ ਸਹੀ ਰਹਿੰਦੀ ਸੀ। ਦੇਖੋ ਗੱਲ ਇਹ ਹੈ
ਆਮ ਆਦਮੀ ਪਾਰਟੀ ਮੇਰਾ ਪਰਿਵਾਰ ਸੀ, ਠੀਕ ਹੈ ਨਾ ਜੀ। ਮੈਨੂੰ ਇਹ ਤੇ ਬੜਾ ਮਾਣ ਸੀਗਾ ਕਿ ਸੁਣਦੇ ਜ਼ਰੂਰ ਸੀਗੇ ਵੀ ਐ ਹੁੰਦਾ, ਪਰ ਜੋ ਤਾਈਂ ਤੁਹਾਡੇ ਤੇ ਖੁਦ ਤੇ ਨਹੀਂ ਨਾ ਹੁੰਦੀ ਤੇ ਕਿਸੇ ਨੂੰ ਬੰਦੇ ਨੂੰ ਵਿਸ਼ਵਾਸ ਨਹੀਂ ਹੁੰਦਾ। ਅੱਜ ਹੁਣ ਮੈਂ ਜਦੋਂ ਮੇਰੇ ਨਾਲ ਐਂ ਕਰਤਾ, ਮੈਂ ਅੱਜ ਕਿਸੇ ਨੂੰ ਕਿਵੇਂ ਕਹਿ ਦਿਆਂ ਵੀ ਇਹ ਜਿਹੜੇ ਵਾਅਦੇ ਲੋਕਾਂ ਨਾਲ ਕਰੀ ਜਾਂਦੇ ਉਹ ਖਰੇ ਉਹਦੇ ਤੇ ਪੂਰਾ ਉਤਰਨਗੇ। ਜੇ ਮੰਨ ਲਓ ਦਿੱਲੀ ਦੇ ਵਿੱਚ ਇੱਕ ਹੋਰ ਪੁਆਇੰਟ ਵੀ ਆਉਂਦਾ, ਉਸ ਤੁਸੀਂ ਗੱਲ ਛੇੜੀ ਹੈ ਤਾਂ ਵੀ ਦਿੱਲੀ ਦੇ ਵਿੱਚ ਜੇ ਇੰਨੇ ਹੀ ਕੰਮ ਕਰੇ ਸੀ ਤਾਂ ਫਿਰ ਉਹ ਜਿਹੜੇ ਅਰਬਾਂ ਰੁਪਏ ਲੈ ਕੇ ਜਿਹੜਾ ਇਲੈਕਸ਼ਨ ਸਟ੍ਰੈਟਜਿਸਟ ਆ ਪਿਛਲੀ ਵਾਰੀ 2020 ਚ ਉਹਨਾਂ ਨੂੰ ਫਿਰ ਇੰਗੇਜ ਕਰਨ ਦੀ ਕੀ ਲੋੜ ਸੀ? ਫਿਰ ਤਾਂ ਕੰਮ ਕਰੇ ਸੀ ਤੇ ਕੰਮਾਂ ਦੇ ਆਧਾਰ ਤੇ ਪੈ ਜਾਂਦੀ ਵੋਟ। लेकिन जो आप मुहिम चला रहे हो फाजिल का नवीनीकरण, वो नवीनीकरण कैसे कर पाओगे आप? ਦੇਖੋ ਜੀ, ਨਵੀਨੀਕਰਨ ਕਰਨਾ ਮੇਰੇ ਸਾਰੀ ਟੀਮ ਨੇ, ਠੀਕ ਹੈ। ਮੇਰਾ ਮੁੱਖ ਏਜੰਡਾ ਹੀ ਇਹ ਸੀ, ਮੈਂ ਇੱਕ ਇੱਕ ਵਰਕਰ ਨੂੰ ਘਰੇ ਜਾ ਜਾ ਕੇ ਉਹਨੂੰ ਪਾਰਟੀ ਨਾਲ ਜੋੜਿਆ ਸੀ। ਮੈਂ ਪਾਰਟੀ 3 C's ਵਾਲਾ ਫਾਰਮੂਲਾ ਪਤਾ ਨਹੀਂ ਇੰਪਲੀਮੈਂਟ ਕਰਦੀ ਸੀ ਪ੍ਰੈਕਟੀਕਲ ਤੌਰ ਤੇ ਕਿ ਨਹੀਂ ਕਰਦੀ ਸੀ, ਪਰ ਮੈਂ ਕਰਦਾ ਸੀ। ਮੈਂ ਸਾਰੀ ਟੀਮ ਚੰਗੀ ਨਾਲ ਬਣਾਈ ਸੀ, ਜਿਨ੍ਹਾਂ ਦਾ ਕੋਈ ਰਾਜਨੀਤੀ ਇਕੱਲਾ ਮੇਨ ਧੰਦਾ ਨਹੀਂ ਸੀਗਾ, ਜਿਨ੍ਹਾਂ ਨੂੰ ਸਿਰਫ ਇੱਕ ਸ਼ੌਂਕ ਸੀ ਵੀ ਅਸੀਂ ਬਦਲਾਅ ਕਰਨਾ, ਅਸੀਂ ਲੋਕਾਂ ਦੀ ਸੇਵਾ ਕਰਨੀ ਹੈ। ਸੋ ਇਹ ਮੇਰੇ ਨਾਲ ਹੈ ਤਾਂ ਫਾਈਲਕਾ ਦਾ ਨਵੀਨੀਕਰਨ ਹੋਊਗਾ। ਉਹ ਕੋਈ ਵੀ ਪਲੇਟਫਾर्म ਹੋ ਸਕਦਾ है। शेर सिंह बबाया ने आरोप लगाया है कि जो टिकट की बांट हुई है आम आदमी पार्टी में, क्योंकि आप आम आदमी पार्टी में रहे हो, जी जिस शख्स को दी गई है टिकट, क्या उसमें अकाली दल का भी रोल रहा है दिलवाने में? ਦੇਖੋ ਇਹ ਗੱਲ ਤਾਂ ਹੁਣ ਮੈਂ ਜਦੋਂ ਮੇਰੇ ਕੋਲ ਕੋਈ ਪ੍ਰੂਫ ਨਹੀਂ ਇਸ ਗੱਲ ਦਾ ਮੈਂ ਕਿਵੇਂ ਕਹਿ ਸਕਦਾ, ਪਰ ਕੁਛ ਨਾ ਕੁਛ ਕਾਰਨ ਤਾਂ ਰਿਹਾ ਹੈ ਨਾ ਜੀ। ਉਹ ਖੁਦ ਇਹ ਗੱਲ ਜਦੋਂ ਪੱਤਰਕਾਰ ਸਾਥੀ ਨੂੰ ਪੁੱਛਦੇ ਆ, ਕੁਝ ਇਹੋ ਜਿਹੇ ਬੰਦਿਆਂ ਦਾ ਨਾਂ ਲੈਂਦੇ ਜਿਨ੍ਹਾਂ ਦਾ ਪਾਰਟੀ ਦੇ ਨਾਲ ਕੋਈ ਨੇੜ ਤੇੜ ਦਾ ਸੰਬੰਧ ਵੀ ਹੈ ਨਹੀਂਗਾ, ਪਾਰਟੀ ਦਾ ਹਿੱਸਾ ਹੀ ਹੈ ਨਹੀਂ। ਜਦੋਂ ਉਹਨਾਂ ਦਾ ਧੰਨਵਾਦ ਕਰਿਆ ਜਾਂਦਾ ਤਾਂ ਫਿਰ ਕਿਤੇ ਨਾ ਕਿਤੇ ਇਹ ਗੱਲ ਤਾਂ ਕਲੀਅਰ ਹੁੰਦੀ ਹੈ ਨਾ ਵੀ ਪਾਰਟੀ ਦੇ ਡਿਸੀਜਨਸ ਮੈਨੀਪੂਲੇਟ ਕਰੇ ਜਾ ਸਕਦੇ ਸੌਖੇ ਤਰੀਕੇ ਨਾਲ। ਤੇ ਇਕੱਲੇ ਫਾਜ਼ਿਲਕਾ 'ਚ ਕਿਉਂ ਹੋਏ ਹੋਣਗੇ, ਦੂਜੇ ਸੂਬਿਆਂ 'ਚ ਵੀ ਹੋਏ ਹੋਣਗੇ, ਪਾਰਟੀ ਦੂਜੇ ਹਲਕਿਆਂ 'ਚ ਵੀ ਹੋਏ ਹੋਣਗੇ। ਦੂਜੀਆਂ ਪਾਰਟੀਆਂ ਨੇ ਜੋ ਸੂਟ ਕਰਦਾ ਉਹ ਕਰਾਇਆ ਹੋਊਗਾ, ਚਾਹੇ ਉਹ ਪੈਸਾ ਦਿੱਤਾ ਹੋਵੇ ਜਾਂ ਕੋਈ ਹੋਰ ਲਾਲਚ ਦਿੱਤਾ ਹੋਵੇ। ਜਦੋਂ ਆਪਾਂ ਮੈਰਿਟ ਦੀ ਗੱਲ ਹੀ ਨਹੀਂ ਕਰ ਰਹੇ, ਇਹਦਾ ਮਤਲਬ ਆਪਾਂ ਸੀਰੀਅਸ ਹੀ ਨਹੀਂ ਹੈਗੇ ਪੰਜਾਬ ਦੇ ਲੋਕਾਂ ਦੇ ਪ੍ਰਤੀ। ਜੇ ਮੈਰਿਟ ਦੀ ਗੱਲ ਕਰੀਏ, ਆਪਾਂ ਚਾਹੀਏ ਵੀ ਅਸੀਂ ਪੰਜਾਬ ਦਾ ਸੁਧਾਰ ਕਰਨਾ ਹੈ, ਤਾਂ ਫਿਰ ਤਾਂ ਆਪਾਂ ਚੰਗੇ ਲੋਕਾਂ ਨੂੰ ਅੱਗੇ ਲਿਆਵਾਂਗੇ। ਜਿਹੜਾ ਬੰਦਾ ਵਿਨਿੰਗ ਕੈਂਡੀਡੇਟ ਆਇਆ, ਜਿਹੜਾ ਕ੍ਰੈਡੈਂਸ਼ੀਅਲਸ ਤੇ ਜਿਹਦੇ ਚੰਗੇ ਕ੍ਰੈਡੈਂਸ਼ੀਅਲ ਆ ਸਾਰੇ ਉਹਦੇ ਤੇ ਕ੍ਰਾਈਟੇਰੀਆ ਤੇ ਪੂਰਾ ਉਤਰਦੇ, ਫਿਰ ਤਾਂ ਆਪਾਂ ਉਹਨੂੰ ਅੱਗੇ ਲੈ ਕੇ ਆਵਾਂਗੇ। ਟੀਮ ਤੇ ਸਰ ਕਿੰਨਾ ਕੁ ਮਾਣ ਹੈ? ਅਸੀਂ ਦੇਖ ਰਹੇ ਹਾਂ ਵੀ ਕੁਝ ਵਰਕਰ ਜਾਂ ਕੁਝ ਅਹੁਦੇਦਾਰ ਕੁਝ ਦਿਨ ਪਹਿਲੇ ਕੈਂਡੀਡੇਟ ਨਾਲ ਚੱਲ ਪਏ ਸੀ, ਉਹ ਵੀ ਹੁਣ ਤੁਹਾਡੇ ਨਾਲ ਬੈਠੇ ਨਜ਼ਰ ਆ ਰਹੇ। ਕੈਂਡੀਡੇਟ ਜਿਹੜੇ ਤੁਹਾਡੇ ਸਪੋਰਟਰ ਨੇ ਉਹਨਾਂ ਤੇ ਕਿੰਨਾ ਕੁ ਮਾਣ ਹੈ ਤੁਹਾਨੂੰ? ਮੈਨੂੰ ਦੇਖੋ ਜੀ, ਉਹਨਾਂ ਤੇ ਪੂਰਾ ਮਾਣ ਹੈ, ਉਹਨਾਂ ਦੀ ਸੱਚਾਈ ਤੇ ਪੂਰਾ ਮਾਣ ਹੈ, ਠੀਕ ਹੈ। ਕਈ ਵਾਰੀ ਕੁਝ ਪਰਿਸਥਿਤੀਆਂ ਇਹੋ ਜਿਹੀਆਂ ਬਣ ਜਾਂਦੀਆਂ, ਮਜਬੂਰ ਕਰ ਲਿਆ ਜਾਂਦਾ ਕੋਈ ਸਾਥੀਆਂ ਨੂੰ, ਪਰ ਮੈਂ ਸਮਝਦਾ ਵੀ ਹਜੇ ਵੀ ਕੁਝ ਲੋਕ ਇਹੋ ਜਿਹੇ ਜਿਨ੍ਹਾਂ ਨੂੰ ਉਹਨਾਂ ਦੀ ਸੱਚਾਈ ਦਾ ਨਹੀਂ ਪਤਾ। ਜਦੋਂ ਉਹਨਾਂ ਦੀ ਸੱਚਾਈ ਦਾ ਪਤਾ ਲੱਗ ਜਾਊਗਾ ਤਾਂ ਮੈਂ ਸਮਝਦਾ ਮੇਰੇ ਦਰਵਾਜ਼ੇ ਹਮੇਸ਼ਾ ਹੀ ਸਾਰਿਆਂ ਵਾਸਤੇ ਖੁੱਲ੍ਹੇ ਆ। ਮੈਂ ਪੋਜ਼ਿਟਿਵ ਰਾਜਨੀਤੀ ਕਰਦਾ, ਮੈਂ ਕਦੇ ਵੀ ਮਨ ਦੇ ਵਿੱਚ ਕਿਸੇ ਲਈ ਕੋਈ ਗਰਜ ਨਹੀਂ ਰੱਖਦਾ। ਜੋ ਮੈਂ ਹੈਗਾ ਉਹ ਮੂੰਹ ਤੇ ਹੀ ਹੈ, ਚਾਹੇ ਉਹ ਮੈਂ ਆਮ ਆਦਮੀ ਪਾਰਟੀ 'ਚ ਇੰਨੀ ਦੇਰ ਰਾਜਨੀਤੀ ਕਰੀ ਹੈ। ਰਾਜਨੀਤੀ ਕਾਹਦੀ ਕਰੀ ਹੈ? ਮੈਂ ਤਾਂ ਸੇਵਾ ਭਾਵਨਾ ਕਰੀ ਹੈ। ਰਾਜਨੀਤੀ ਕਰੀ ਹੁੰਦੀ ਮੈਂ ਉਸ ਸਟ੍ਰੈਟਜੀ ਤੇ ਹੁੰਦਾ ਤਾਂ ਮੈਂ ਅੱਜ ਤੂੰ ਟਿਕਟ ਲੈ ਆਉਂਦਾ, ਪਰ ਸ਼ਾਇਦ ਮੈਨੂੰ ਰਾਜਨੀਤੀ ਕਰਨੀ ਆਉਂਦੀ ਨਹੀਂ, ਮੈਨੂੰ ਚਾਪਲੂਸੀ ਕਰਨੀ ਆਉਂਦੀ ਨਹੀਂ ਜੋ ਇਹ 'ਚ ਭਾਲਦੇ ਸੀ। ਮੈਂ ਤਾਂ ਜਦੋਂ ਮੈਨੂੰ ਹਲਕਾ ਇੰਚਾਰਜ ਅਪੁਆਇੰਟ ਕਰਤਾ ਤੇ ਮੈਂ ਤਾਂ ਗਰਾਊਂਡ ਤੇ ਆ ਕੰਮ ਕਰਨਾ ਸ਼ੁਰੂ ਕਰਤਾ। ਮੈਨੂੰ ਨਹੀਂ ਪਤਾ ਸੀਗਾ ਵੀ ਆਮ ਆਦਮੀ ਪਾਰਟੀ ਵਾਲੇ ਵੀ ਚਾਹੁੰਦੇ ਵੀ ਦਫ਼ਤਰ ਦੇ ਗੇੜੇ ਮਾਰੀ ਜਾਵੇ, ਸਟੇਟ ਵਾਲੇ ਦੇ ਲੀਡਰਾਂ ਦੇ ਗੇੜੇ ਮਾਰੀ ਜਾਵੇ। ਪਾਰਟੀ ਦੀ ਸਥਿਤੀ ਤਾਂ ਤੁਸੀਂ ਦੱਸ ਦਿੱਤੀ ਹੈ ਵੀ ਜੋ ਵਰਕਰਾਂ ਨਾਲ ਹੋਏ, ਵਰਕਰ ਨਿਰਾਸ਼ ਨੇ। ਬਾਕੀ ਹੁਣ ਜਿਹੜੀਆਂ ਪਾਰਟੀਆਂ ਮੈਦਾਨ 'ਚ ਰਹਿ ਗਈਆਂ, ਤੁਸੀਂ ਕੀ ਸਿਨੈਰੀਓ ਦੇਖ ਰਹੇ ਹੋ? ਕੀ ਸੀਨ ਹੈਗਾ ਇਸ ਟਾਈਮ? ਕੋਈ ਪਾਰਟੀ ਟੱਕਰ 'ਚ ਹੈਗੀ ਵੀ ਕਿ ਨਹੀਂ? ਨਹੀਂ, ਇਹ ਤਾਂ ਵੇਖੋ ਹਜੇ ਇਲੈਕਸ਼ਨ ਇਟਸ ਟੂ ਅਰਲੀ ਟੂ ਸੇ, ਬਹੁਤ ਸਮਾਂ ਪਿਆ, ਹਜੇ 20-22 ਦਿਨ ਦਾ ਇਲੈਕਸ਼ਨ ਹੈ ਤੇ ਲੋਕ ਦੱਸਣਗੇ ਕਿਹਦੇ ਤੇ ਵਿਸ਼ਵਾਸ ਕਰਦੇ ਆ। ਮੈਨੂੰ ਇਹ ਗੱਲ ਜ਼ਰੂਰ ਜਾਪਦੀ ਹੈ ਵੀ ਇਹਨਾਂ ਤੇ ਵਿਸ਼ਵਾਸ ਕਰਨ ਵਾਲੀ ਗੱਲ ਨਹੀਂ ਹੋਣ ਲੱਗਦੀ। ਹੌਲੀ ਹੌਲੀ ਕਲੀਅਰ ਹੁੰਦਾ ਜਾਂਦਾ ਹੈ ਗੱਲ ਵੀ ਜਿੰਨੀ ਵੀ ਆਮ ਆਦਮੀ ਪਾਰਟੀ ਦੀ ਟੀਮ ਹੈ ਦਿੱਲੀ ਵਾਲੀ, ਉਹ ਇਹ ਚਾਹੁੰਦੀ ਹੈ ਵੀ ਅਸੀਂ ਰਿਮੋਟ ਕੰਟਰੋਲ ਨਾਲ ਕੰਟਰੋਲ ਕਰੀਏ ਪੰਜਾਬ ਨੂੰ। ਚਾਹੇ ਉਹ ਪਹਿਲਾਂ LOP ਸਾਹਿਬ ਸੀਗੇ, ਅਸੀਂ ਖੁਦ ਅੱਖਾਂ ਨਾਲ ਦੇਖਿਆ, ਕੁਝ ਬੰਦੇ ਉਹਨਾਂ ਦੇ ਆਫਿਸ 'ਚ ਬੈਠੇ ਹੁੰਦੇ ਸੀ, ਕੋਈ ਵੀ ਗੱਲ ਹੁੰਦੀ ਸੀ ਤਾਂ LOP ਸਾਹਿਬ ਉਹਨਾਂ ਵੱਲ ਦੇਖਦੇ ਸੀ, ਹਾਂ ਭਾਈ ਹੁਣ ਇਹਦਾ ਕੀ ਜਵਾਬ ਦੇਣਾ। ਸੋ ਇਹ ਸ਼ੁਰੂ ਤੋਂ ਹੀ ਪੰਜਾਬ ਦੇ ਲੋਕਾਂ 'ਤੇ ਵਿਸ਼ਵਾਸ ਨਹੀਂ ਇਹਨਾਂ ਨੂੰ ਹੈਗਾ। ਇੱਕ ਦਿਨ ਅੱਗੇ ਮੈਂ ਇੰਟਰਵਿਊ 'ਚ ਬੋਲਦੇ ਨੇ ਕਿਹਾ ਸੀ ਵੀ ਆਬਜ਼ਰਵਰ ਲਾਏ ਜਾਂਦੇ ਸਾਰੇ ਹਲਕਾ ਲੈਵਲ ਤੇ ਆ ਕੇ, ਤੁਸੀਂ ਦਿੱਲੀ ਦੇ ਆਬਜ਼ਰਵਰ ਲਿਆ ਕੇ ਬਿਠਾ ਦਿੰਦੇ ਹੋ। ਤੁਸੀਂ ਮਾਝੇ ਵਾਲੇ ਮਾਲਵੇ 'ਚ ਭੇਜ ਦਿਓ, ਮਾਲਵੇ ਵਾਲੇ ਮਾਝੇ 'ਚ ਭੇਜ ਦਿਓ, ਪੰਜਾਬ ਦੇ ਲੋਕਾਂ 'ਤੇ ਵਿਸ਼ਵਾਸ ਤਾਂ ਕਰੋ। ਵਿਸ਼ਵਾਸ ਦੀ ਗੱਲ ਕਰ ਰਹੇ ਹੋ। ਇੱਕ ਪਿਛਲੇ ਦਿਨ ਹੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਫੋਨ ਕਾਲ ਤੇ ਮੁੱਖ ਮੰਤਰੀ ਦਾ ਸਰਵੇ ਕਰਾਇਆ ਗਿਆ ਕੈਂਡੀਡੇਟ ਦਾ,
ਉਹਦੇ 'ਚ ਆਰੋਪ ਲੱਗੇ ਨੇ ਵੀ ਉਹ ਇੱਕ ਫੋਨ ਤੇ ਇੰਨੇ ਕਾਲ ਜਾਂ ਇੰਨੇ ਮੈਸੇਜ ਨਹੀਂ ਆ ਸਕਦੇ, ਕਿੰਨੇ ਕੁਝ ਘੰਟੇ ਦਿੱਤੇ ਗਏ ਸੀਗੇ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਜੀ, ਉਹ ਬਾਹਲੇ ਵੱਡੇ ਲੈਵਲ ਦੀਆਂ ਗੱਲਾਂ ਜੀ, ਇਹੋ ਜਿਹੇ ਝੂਠਾਂ ਬਾਰੇ ਆਪਾਂ ਨੂੰ ਤਾਂ ਨਹੀਂ ਨੌਲੇਜ ਵੀ ਇਹ ਕੀ ਟੈਕਨੀਕਲ ਗੱਲਾਂ ਹੁੰਦੀਆਂ। ਉਹ ਤਾਂ ਜਿਹੜੀਆਂ ਕੋਈ ਪਾਰਟੀਆਂ ਨੇ, ਵੇਖੋ ਪਾਰਟੀਆਂ ਇੱਕ ਦੂਜੇ ਨੂੰ ਇਨਵੈਸਟੀਗੇਟ ਕਰਦੀਆਂ, ਜੇ ਕੋਈ ਗੱਲ ਕਹਿ ਰਹੀ ਹੈ ਤਾਂ ਇਹ ਆਮ ਆਦਮੀ ਪਾਰਟੀ ਵਾਲੇ ਜਵਾਬ ਦੇਣ ਵੀ ਇਹ ਸੰਭਵ ਹੈ ਕਿ ਨਹੀਂ ਹੈ। ਹੁਣ ਤੱਕ ਜਵਾਬ ਨਾ ਆਣਾ ਕੀ ਕਾਰਨ ਹੈ ਸਰ? ਹੁਣ ਤੱਕ ਜਵਾਬ ਨਹੀਂ ਆਇਆ ਜਿਹੜਾ। ਫਿਰ ਉਹੀ ਗੱਲ ਹੈ ਵੀ ਜਵਾਬ ਨਹੀਂ ਹੋਣਾ ਇਸ ਗੱਲ ਦਾ ਜੀ। समरवीर जी, ये कहा जा रहा था कि जो आम आदमी पार्टी है वो एक बुलबुला है, कोई संगठन इतना है नहीं स्ट्रॉन्ग। क्या वाकई ऐसी स्थिति है कि ਦੇਖੋ ਹੋਰ ਹਲਕਿਆਂ ਦਾ ਮੈਨੂੰ ਨਹੀਂ ਪਤਾ, ਪਰ ਫਾਜ਼ਿਲਕਾ ਦੇ ਵਿੱਚ ਸੰਗਠਨ ਬਹੁਤ ਸਟਰੋਂਗ ਸੀ, ਮੈਂ ਗੱਲ ਦਾ ਵੀ ਨਾ ਕਹਿ ਸਕਦਾ। ਅਸੀਂ ਗਰਾਊਂਡ ਤੇ ਕੰਮ ਕਰਦੇ ਸੀ। ਮੈਂ ਕਿਉਂਕਿ ਮੈਨੂੰ ਐਕਸਪੀਰੀਅੰਸ ਸੀਗਾ ਪਿਛਲੇ ਇਲੈਕਸ਼ਨ ਦਾ, ਉਹਦੇ ਜੋ ਕਮੀਆਂ ਸੀ ਅਸੀਂ ਇਸ ਇਲੈਕਸ਼ਨ ਦੇ ਵਿੱਚ ਆਲਮੋਸਟ ਕੱਢਤੀਆਂ ਸੀ। ਦੇਖੋ ਕੋਈ ਵੀ ਬੰਦਾ ਪਰਫੈਕਟ ਨਹੀਂ ਹੁੰਦਾ, ਪਰ ਅਸੀਂ ਆਪਦੇ ਵੱਲੋਂ ਸਾਡਾ 100% ਸੀ ਵੀ ਅਸੀਂ ਜੋ ਗਲਤੀਆਂ ਪਿਛਲੀ ਵਾਰੀ ਕਰੀਆਂ ਉਹ ਅਸੀਂ ਇਸ ਵਾਰੀ ਨਾ ਦੁਹਰਾਈਏ। ਅਸੀਂ ਆਪਦਾ ਸਾਡਾ ਕੈਡਰ ਬਹੁਤ ਸਟਰੋਂਗ ਸੀ, ਵਾਰਡ ਲੈਵਲ ਤੇ ਪਿੰਡ ਲੈਵਲ ਤੇ ਹਰ ਜਗ੍ਹਾ ਤੇ ਅਸੀਂ ਪੈਨੇਟ੍ਰੇਟ ਕਰ ਚੁੱਕੇ ਸੀ ਫਾਜ਼ਿਲਕਾ ਦੇ ਵਿੱਚ। ਤੇ ਹੋਰ ਜਗ੍ਹਾ ਦਾ ਮੈਨੂੰ ਨਹੀਂ ਪਤਾ, ਫਾਜ਼ਿਲਕਾ ਦੇ ਵਿੱਚ ਬਹੁਤ ਸਟਰੋਂਗ ਸੀਗੇ। ਅੱਜ ਹੁਣ ਨਹੀਂ, ਅੱਜ ਸਾਰੀ ਟੀਮ ਅਸੀਂ ਸਾਰੇ ਇਕੱਠੇ हैं, ਆਉਣ ਵਾਲੇ ਦਿਨਾਂ 'ਚ ਅਸੀਂ ਫੈਸਲਾ ਲਵਾਂਗੇ। टिकट आपको टिकट ना मिलने का कारण ये भी है कि ऊपर जो आपका हाईकमान है वहाँ भी कोई गुटबंदी है। ਦੇਖੋ ਮੈਂ ਜਿਸ ਦਿਨ ਪਹਿਲੇ ਦਿਨ ਇਹ ਹੋਇਆ ਸੀ ਕੰਮ, ਮੈਂ ਇਹ ਗੱਲ ਆਖੀ ਸੀ ਵੀ ਕੁਛ ਦਲਾਲ ਟਾਈਪ ਦੇ ਲੋਕ ਪਾਰਟੀ ਨੂੰ ਚਲਾਉਣ ਲੱਗ ਗਏ, ਉਹ ਸਾਰਾ ਕੁਝ ਉਹੀ ਮੈਨੀਪੂਲੇਟ ਕਰੀ ਜਾਂਦੇ ਆ। पैसे की मांग की गई थी डायरेक्ट? ਨਹੀਂ, ਮੇਰੇ ਤੋਂ ਪੈਸੇ ਦੀ ਮੰਗ ਨਹੀਂ ਕਰੀ ਗਈ, ਮੈਂ ਤੁਹਾਨੂੰ ਐਵੇਂ ਆਖਾਂ। ਜਾਂ ਕਹਿ ਲਓ ਮੈਨੂੰ ਕੋਈ ਇਸ਼ਾਰਾ ਇਹਨਾਂ ਦਾ ਸਮਝ ਨਹੀਂ ਆਇਆ, ਮੈਂ ਉਹਨਾਂ ਰਾਜਨੀਤਿਕ ਬੰਦਾ ਨਹੀਂ ਹੈਗਾ। ਡਾਇਰੈਕਟਰ ਨੇ ਕਿਤੇ ਅਨਡਾਇਰੈਕਟ ਫੰਡ ਮੰਗਿਆ ਹੋਵੇ? ਨਹੀਂ, ਫੰਡ ਨਹੀਂ ਮੇਰੇ ਤੋਂ ਕੋਈ ਵੀ ਇਸ ਤਰ੍ਹਾਂ ਨਾ ਮੰਗਿਆ ਗਿਆ ਵੀ ਤੁਸੀਂ ਇੰਨਾ ਫੰਡ ਦੇ ਦਿਓ। ਪਰ ਇੰਨਾ ਜ਼ਰੂਰ ਹੈ ਵੀ ਜੋ ਵੀ ਸਾਡੇ ਜਿੰਮੇ ਲਾਇਆ ਜਾਂਦਾ ਸੀਗਾ, ਹੁਣ ਮੰਨ ਲਓ ਸਾਨੂੰ ਕਹਿ ਦਿੰਦੇ ਵੀ 200 ਫਲੈਕਸ ਫਾਜ਼ਿਲਕਾ ਦੇ ਵਿੱਚ ਲਵਾ ਦਿਓ, ਜਾਂ ਇੱਥੇ ਫਾਜ਼ਿਲਕਾ ਤੋਂ ਬਾਹਰ ਰੈਲੀ ਹੈ, ਇੱਥੇ 200 ਬੱਸਾਂ ਲੈ ਕੇ ਆਓ, ਤਾਂ ਉਹ ਕੰਟਰੀਬਿਊਸ਼ਨ ਤਾਂ ਹੋ ਹੀ ਜਾਂਦਾ ਸੀਗਾ ਜੀ ਉਹਨਾਂ ਨੂੰ। ਸਮਝ ਜੀ ਫੈਸਲਾ ਕੀ ਹੈ? ਫੈਸਲਾ ਰਾਏ ਨਾਲ ਆਉਣ ਵਾਲੇ ਦਿਨਾਂ 'ਚ ਕਰਾਂਗੇ। ਇਹ ਫੈਸਲਾ ਕਲੀਅਰ ਹੈ ਵੀ ਆਮ ਆਦਮੀ ਪਾਰਟੀ ਨਾਲ ਨਹੀਂ। ਫੈਸਲਾ ਲੈਣ 'ਚ ਦੇਰੀ ਕਿਉਂ ਹੋ ਰਹੀ ਹੈ ਜੀ ਇੰਨੀ? ਪਹਿਲਾਂ ਵੀ ਤੁਸੀਂ ਕਿਹਾ ਜਨਤਾ ਦੇ ਹੱਥ ਫੈਸਲਾ, ਤੇ ਹੁਣ ਵੀ ਤੁਸੀਂ ਕਹਿ ਰਹੇ ਹੋ ਵੀ ਬਿਲਕੁਲ ਨੇੜੇ, ਹੁਣ ਤਾਂ ਨੋਮੀਨੇਸ਼ਨ ਦੀ ਤਰੀਕ ਵੀ ਨੇੜੇ ਆ ਗਈ ਜੀ। ਦੇਖੋ ਸਹੀ ਹੈ ਤੁਹਾਡਾ ਸਵਾਲ, ਪਰ ਮੈਂ ਸਮਝਦਾ ਵੀ ਹਰ ਚੀਜ਼ ਦਾ ਸਮਾਂ ਹੁੰਦਾ ਇੱਕ। ਜੇ ਪਾਰਟੀਆਂ ਥੋੜੀ ਬਹੁਤੀ ਰਾਜਨੀਤੀ ਕਰ ਸਕਦੀਆਂ ਤਾਂ ਕੋਈ ਵੀ ਕਰ ਸਕਦਾ। ਸੋ ਅਸੀਂ ਪੂਰਾ ਘੋਖ ਕਰਕੇ ਜਿਹਦੇ ਨਾਲ ਸਾਰੇ ਮਤਲਬ ਕੰਸੈਂਸਸ ਬਣਾ ਕੇ ਅਸੀਂ ਉਹ ਫੈਸਲਾ ਲਵਾਂਗੇ। ਕੋਈ ਇਹ ਨਹੀਂਗਾ, ਮੈਨੂੰ ਖੁਦ ਦਾ ਲਾਲਚ ਨਹੀਂਗਾ। ਮੈਂ ਇਹ ਚਾਹੁੰਦਾ ਵੀ ਮੇਰੇ ਵਰਕਰ ਕਿੱਥੇ ਖੁਸ਼ ਹੁੰਦੇ ਆ, ਫਾਜ਼ਿਲਕਾ ਲਈ ਕੀ ਚੰਗਾ ਹੈ, ਉਸ ਤਰੀਕੇ ਦਾ ਫੈਸਲਾ ਲਵਾਂਗੇ। ਆਮ ਆਦਮੀ ਪਾਰਟੀ ਦੇ ਕਿੰਨੇ ਵਰਕਰ ਤੇ ਕਿੰਨੇ ਅਹੁਦੇਦਾਰ ਤੁਹਾਡੇ ਨਾਲ? ਮੇਰੇ ਨਾਲ ਸਾਰੀ ਟੀਮ ਹੀ ਮੇਰੇ ਨਾਲ ਹੈ ਜੀ। ਨੰਬਰ ਤੁਹਾਨੂੰ ਹੁਣੇ ਦੇ ਦਿਆਂਗੇ ਕਿੰਨਾ ਨੰਬਰ ਹੈ। ਅਹੁਦੇਦਾਰਾਂ ਦਾ ਹੀ ਮੇਨ, ਤਾਂ ਵਰਕਰ ਸਾਰੇ ਹੀ ਸਾਡੇ ਨਾਲ ਹੈ। समरवीर जी को कहीं ये तो डर रही है कि कहीं मैं आज़ाद इलेक्शन लड़ने लग गया हूँ तो रिस्पॉन्स वो मिले ना मिले जिसको नहीं कर रहे हैं। ਦੇਖੋ ਮੈਂ ਉਹ ਗੱਲਾਂ ਤਾਂ ਬਾਅਦ ਦੀਆਂ ਹੈ, ਪਹਿਲਾਂ ਮੇਰੇ ਵਰਕਰ ਹੈ। ਜੇ ਮੈਨੂੰ ਵਰਕਰ ਕਹਿਣਗੇ ਇਲੈਕਸ਼ਨ ਲੜ, ਤਾਂ ਫਿਰ ਸੰਭਾਲਣਗੇ ਵੀ ਉਹੀ ਇਲੈਕਸ਼ਨ ਨੂੰ। ਇਹ ਤਾਂ ਉਹਨਾਂ ਤੇ ਡਿਪੈਂਡ ਕਰਦਾ ਹੈ। ਤੁਸੀਂ ਆਪ ਵਰਕਰਾਂ 'ਚ ਤਾਂ ਨਿਰਾਸ਼ਾ ਕਹਿਤੀ ਹੈ ਸਰ, ਬਾਕੀ ਪਾਰਟੀਆਂ ਦਾ ਇੱਕ ਚੋਣ ਮੇਲਾ ਹੈਗਾ ਹੈ, ਆਦਿ ਚੁਣਾਵ ਦਾ ਜਿਹੜਾ ਆਦਿ ਵੋਟ ਦਾ ਅਧਿਕਾਰ ਦਾ ਇਸਤੇਮਾਲ ਕਰਨਾ ਚਾਹੀਦਾ। ਬਾਕੀ ਸ਼ਹਿਰ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ? ਮੈਂ ਸ਼ੁਰੂ ਤੋਂ ਹੀ ਮੈਂ ਇਹ ਗੱਲ ਕਹਿਣਾ ਹੈ ਵੀ ਇਨਸਾਨ ਚੰਗਾ ਦੇਖੋ। ਪਾਰਟੀਆਂ ਕੋਈ ਵੀ ਹੋਣ, ਹਰ ਪਾਰਟੀ 'ਚ, ਆਮ ਆਦਮੀ ਪਾਰਟੀ 'ਚ ਕਿਹੜਾ ਮਾੜੇ ਬੰਦੇ ਨਹੀਂ ਹੈਗੇ। ਆਮ ਆਦਮੀ ਪਾਰਟੀ 'ਚ ਵੀ ਮਾੜੇ ਬੰਦੇ ਹੈ, ਉਹ ਗੱਲ ਵੱਖਰੀ ਹੈ ਵੀ ਇਹਨਾਂ ਕੋਲੇ ਵਾਸ਼ਿੰਗ ਮਸ਼ੀਨ ਹੈਗੀ ਹੈ, ਜਿਹਨੂੰ ਜਿਹੜਾ ਬੰਦਾ ਦਾਗੀ ਵੀ ਹੈ ਉਹਨੂੰ ਲਿਆ ਕੇ ਦੋ ਧੋਤਾ ਕਰ ਲੈਂਦੇ ਇਹ। ਪਰ ਮਾੜੇ ਬੰਦੇ ਆਮ ਆਦਮੀ ਪਾਰਟੀ 'ਚ ਵੀ ਹੈਗੇ ਆ। ਸੋ ਮੈਂ ਇਹੀ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਦੀ ਵੋਟ ਤੇ ਵਿਸ਼ਵਾਸ ਰੱਖੋ। ਜਿਹੜਾ ਬੰਦਾ ਚੰਗਾ ਲੱਗਦਾ, ਤੁਹਾਨੂੰ ਲੱਗਦਾ ਵੀ ਸਾਫ਼ ਸੁਥਰਾ ਬੰਦਾ ਹੈ, ਇਹ ਸਾਡੇ ਨਾਲ ਨਿਆਂ ਕਰੂਗਾ, ਉਹਨੂੰ ਵੋਟ ਕਰੋ। समरवीर जी, जब एक बात ये भी सामने आ रही है, आपके संगठन में से लोकल थे, जब आप हल्का इंचार्ज थे तो कुछ लोगों को, लोकल नेताओं को आप भी नजरअंदाज कर रहे थे। ਇਹ ਵੇਖੋ ਗਲਤੀਆਂ ਤਾਂ ਹਰ ਬੰਦੇ ਤੋਂ ਹੁੰਦੀਆਂ, ਪਰ ਮੇਰੀਆਂ ਕਦੇ ਕੋਸ਼ਿਸ਼ ਨਹੀਂ ਸੀ ਵੀ ਕੋਈ ਪਾਸੇ ਰਹੇ। ਮੇਰੀ ਕੋਸ਼ਿਸ਼ ਇਹ ਹੁੰਦੀ ਸੀ ਹਮੇਸ਼ਾ ਹੀ ਵੀ ਸਾਰੇ ਬੰਦੇ ਨਾਲ ਰਹਿਣ। ਤੁਸੀਂ ਚਾਹੇ ਪੁਰਾਣਾ ਮੇਰਾ ਦੇਖ ਲਓ, ਨਿਊਜ਼ ਦੇਖ ਲਓ, ਚਾਹੇ ਜਾਂ ਮੇਰਾ ਫੇਸਬੁੱਕ ਪੇਜ ਦੇਖ ਲਓ, ਕਦੇ ਸੀ ਕਦੇ ਨਹੀਂ ਸੀ, ਪਰ ਹੁੰਦੇ ਸੀ, ਉਹ ਵੀ ਹੁੰਦੇ ਸੀ, ਸਾਰੇ ਬੰਦੇ ਹੁੰਦੇ ਸੀ। ਠੀਕ ਹੈ, ਤੁਸੀਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ, ਪਰ ਮੇਰੀ ਕੋਸ਼ਿਸ਼ ਹੁੰਦੀ ਸੀ ਵੀ ਸਾਰਿਆਂ ਨੂੰ ਇਕੱਠਾ ਲੈ ਕੇ ਇਨਕਲੂਸਿਵ ਰਾਜਨੀਤੀ ਕਰੀਏ। ਸਭ ਇੱਕ ਆਖਰੀ ਸਵਾਲ, ਜਿਸ ਟਾਈਮ ਟਿਕਟ ਦਾ ਐਲਾਨ ਹੋਇਆ ਮੈਡਮ ਤੇ ਜੀ ਤੁਹਾਡੇ ਨਾਲ ਸੀਗੇ, ਠੀਕ, ਉਸ ਤੋਂ ਬਾਅਦ ਜਦ ਸਾਹਮਣੇ ਰੈਲੀ ਕੀਤੀ ਕਸਮ ਉਹ ਉਧਰ ਬੈਠੀ ਸੀ, ਅੱਜ ਫਿਰ ਤੁਹਾਡੇ ਨਾਲ ਨੇ,
ਮੈਂ ਤੁਹਾਨੂੰ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਬੋਲੀ ਹੈ ਵੀ ਕਈ ਵਾਰੀ ਪਰਿਸਥਿਤੀਆਂ ਇਹੋ ਜਿਹੀਆਂ ਬਣ ਜਾਂਦੀਆਂ ਹੈ, ਬੰਦੇ ਨੂੰ ਕਈ ਵਾਰੀ ਮਜਬੂਰ ਹੋ ਕੇ ਜਾਣਾ ਪੈਂਦਾ। ਇਹਨਾਂ ਨੇ ਵੀ ਸੋਚਿਆ ਹੋਣਾ ਵੀ ਇਹਨੂੰ ਮੌਕਾ ਦੇ ਕੇ ਦੇਖੀਏ। ਅੱਜ ਜੇ ਉਧਰ ਗਏ ਸੀਗੇ ਤਾਂ ਇਹਨਾਂ ਨੇ ਵੀ ਸੋਚਿਆ ਹੋਣਾ ਵੀ ਮੌਕਾ ਦੇ ਕੇ ਦੇਖੀਏ, ਪਰ ਦੇਰ ਸਵੇਰ ਮੈਂ ਸਮਝਦਾ ਵੀ ਸਾਰਿਆਂ ਨੂੰ ਉਹਨਾਂ ਦੀ ਅਸਲੀਅਤ ਦਾ ਪਤਾ ਲੱਗ ਜਾਊਗਾ। ਚਲੋ ਇੱਕ ਆਖਰੀ ਸਵਾਲ, 3 ਪਾਰਟੀਆਂ ਮਗਰ ਬੱਚੀਆਂ ਪੰਜਾਬ ਦੇ, ਅਕਾਲੀ ਦਲ, ਬੀਜੇਪੀ ਔਰ ਕਾਂਗਰਸ, ਕੀ ਕਾਂਗਰਸ ਦਾ ਪਲੜਾ ਭਾਰੀ ਸਮਝੀਏ ਜਾਂ ਬੀਜੇਪੀ? ਨਹੀਂ, ਇਹ ਤਾਂ ਲੋਕ ਦੱਸਣਗੇ ਜੀ ਕਿਹਦਾ ਪਲੜਾ ਭਾਰੀ ਹੈ, ਤੇ ਅਸੀਂ ਆਉਣ ਵਾਲੇ ਸਮੇਂ 'ਚ ਦੱਸਾਂਗੇ ਵੀ ਕਿਹਦੇ ਵੱਲ ਜਾਣਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਤੁਹਾਡੇ ਨਾਲ ਸੰਪਰਕ ਕੀਤਾ ਗਿਆ ਕੋਈ? ਕੀਤਾ ਗਿਆ ਜੀ, ਕਰਿਆ, ਮੇਰੇ ਕੋਲ 1-2 ਵਾਰੀ ਆਏ ਸੀ। ਭਜਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਸ ਸਾਰੇ ਮਾਮਲੇ ਨੂੰ? ਤੁਸੀਂ ਦੱਸੋ, ਤੁਸੀਂ ਦੇਖੋ। ਮੈਂ ਪਹਿਲਾਂ ਤਾਂ ਸਾਨੂੰ ਪਾਰਟੀ ਨਾਲ ਇਸ ਗੱਲ ਦਾ ਹੀ, ਕਿਉਂਕਿ ਅੱਜ ਤੁਹਾਡੇ ਸਾਹਮਣੇ ਗੱਲ ਕਹਿਣ ਲੱਗੇ ਆ, ਪਹਿਲਾਂ ਅੰਦਰੋਂ ਅੰਦਰ ਹੀ ਮਨ ਦੇ ਵਿੱਚ ਘੁੱਟੀਆਂ ਸੀ ਗੱਲਾਂ ਵੀ ਜਦੋਂ ਵੀ ਪਾਰਟੀ ਸਰਵੇ ਕਰਦੀ ਹੈ, ਸਾਡੇ ਕੋਲ ਤਾਂ ਅੱਜ ਤੱਕ ਕਦੇ ਕਿਸੇ ਨੇ ਪੁੱਛਿਆ ਨਹੀਂ ਵੀ ਤੁਹਾਡੇ ਹਲਕੇ ਦੇ ਵਿੱਚ ਕੌਣ ਸਹੀ ਹੈ, ਕੌਣ ਗਲਤ ਹੈ, ਕੌਣ ਵਧੀਆ ਕੰਮ ਕਰਦਾ, ਕੌਣ ਨਹੀਂ ਕਰਦਾ। ਸਾਡੇ ਕੋਲ ਅੱਜ ਤੱਕ ਕਦੇ ਕਿਸੇ ਨੇ ਵੀ ਨਹੀਂ ਪੁੱਛਿਆ। ਦੂਜਾ, ਪਾਰਟੀ ਨੇ 1.5 ਸਾਲ ਪਹਿਲਾਂ ਹੀ ਮੈਨੂੰ ਬਲਾਕ ਪ੍ਰਧਾਨ ਲਾਇਆ ਸੀ, ਆਪਦੀ ਪੂਰੀ ਤਨਦੇਹੀ ਨਾਲ ਕੰਮ ਕੀਤਾ ਹੈ, ਜਿੱਥੇ ਵੀ ਡਿਊਟੀ ਲਾਈ ਉਹਨੂੰ ਫਰਜ਼ ਪੂਰਾ ਨਿਭਾਇਆ ਹੈ। ਸਮਰ ਜੀ ਨੂੰ ਹਲਕਾ ਇੰਚਾਰਜ ਲਾਏ ਸੀ ਔਰ ਅਸੀਂ ਇਹਨਾਂ ਦੇ ਨਾਲ ਪਿੰਡ ਜਾ ਕੇ ਤੁਹਾਡੇ ਕੋਲ ਵੀ ਪੇਪਰ ਦੇ ਵਿੱਚ ਖਬਰਾਂ ਸਾਰੀਆਂ ਆਉਂਦੀਆਂ ਰਹੀਆਂ, ਅਸੀਂ ਪੂਰੀ ਮਿਹਨਤ ਕੀਤੀ ਸੀ। ਇਹ ਗੱਲ ਤੁਹਾਡਾ ਸਵਾਲ ਸਹੀ ਹੈ ਕਿ ਪਹਿਲਾਂ 3 ਤਰੀਕ ਨੂੰ ਜਦੋਂ ਟਿਕਟ ਨਹੀਂ ਮਿਲੀ ਸੀ, 1 ਤਰੀਕ ਨੂੰ, 3 ਤਰੀਕ ਨੂੰ ਰੈਲੀ ਦੇ ਵਿੱਚ ਅਸੀਂ ਇਹਨਾਂ ਦੇ ਨਾਲ ਸੀ। ਕਿਸੇ ਬੰਦੇ ਨੂੰ ਵੀ ਇੰਨਾ ਵੱਡਾ ਝਟਕਾ ਲੱਗ ਜੇ ਤੇ ਉਹਦੇ ਨਾਲ ਦੇ ਸਾਥੀ ਇੱਕਦਮ ਕਿਸੇ ਨੂੰ ਕੋਈ ਛੱਡ ਨਹੀਂ ਜਾਂਦਾ। ਸਾਡੇ ਵਿੱਚ ਵੀ ਇਨਸਾਨੀਅਤ ਸੀ, ਅਸੀਂ ਵੀ ਇਹਨਾਂ ਦੇ ਨਾਲ ਰਹੇ, ਕਿਉਂਕਿ ਪੰਜਾਬ ਦੇ ਵਿੱਚ ਸਿਰਫ ਹਲਕਾ ਇੰਚਾਰਜ ਇੱਕ ਦੀ ਟਿਕਟ ਕੱਟੀ ਸੀ ਔਰ ਇਹ ਸਮਰਬੀਰ ਜੀ ਸਾਰਿਆਂ ਨੂੰ ਪਿਆਰ ਨਾਲ ਰੱਖਦੇ ਸੀ, ਸਾਰਿਆਂ ਨੂੰ ਬਣਦੀ ਇੱਜ਼ਤ ਜਿੱਥੇ ਉਹਦਾ ਬਣਦਾ ਸੀ, ਸਾਨੂੰ ਇਹਨਾਂ ਵੱਲੋਂ ਬਣਦੀ ਇੱਜ਼ਤ ਦਿੱਤੀ ਗਈ। ਕਾਫੀ ਦਿਨ ਪੈਣ ਤੋਂ ਬਾਅਦ ਮੈਂ 4 ਤਰੀਕ ਨੂੰ ਜਦੋਂ ਸਮਣਾ ਜੀ ਨੇ ਆਪਦਾ ਪ੍ਰੋਗਰਾਮ ਕੀਤਾ, ਮੈਂ ਉੱਥੇ ਨਹੀਂ ਗਿਆ। 13-14 ਤਰੀਕ ਦੇ ਕਰੀਬ ਜਦੋਂ ਸਾਥੀ ਸਾਡੇ ਕੋਲ ਲਗਾਤਾਰ ਹੀ ਪੁੱਛਣ ਲੱਗ ਗਏ, ਇੱਧਰੋਂ ਵੀ ਕੋਈ ਫੈਸਲੇ ਵਿੱਚ ਦੇਰੀ ਹੋ ਰਹੀ ਸੀ, ਅਸੀਂ ਇਹ ਫੈਸਲਾ ਕੀਤਾ ਵੀ ਇੱਕ ਵਾਰੀ ਚਲੋ ਪਾਰਟੀ ਦੇ ਨਾਲ ਖੜਦੇ ਹਾਂ। ਅਸੀਂ ਸਮਣਾ ਜੀ ਦੇ ਨਾਲ ਖੜੇ, ਕਿਉਂਕਿ ਉਹਨਾਂ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਸੀ, ਅਸੀਂ ਖੜੇ। ਪਰ 13-14 ਤਰੀਕ ਤੋਂ ਬਾਅਦ ਜਿਹੜਾ 15 ਦਿਨ ਦਾ ਸਮਾਂ ਹੈ, ਇਹ ਸਾਡਾ ਦਿਲ ਜਾਣਦਾ ਵੀ ਅਸੀਂ ਉਹਨਾਂ ਦੇ ਜਿਹੜੇ ਥੱਲੇ ਬੰਦੇ ਹੈ, ਜ਼ਿਲ੍ਹਾ ਪ੍ਰਧਾਨ ਜੀ ਹੈ, ਜਿਹੜੇ ਉਹਦੇ ਨਾਲ ਦੇ ਸਾਰੀ ਟੀਮ ਨੂੰ ਚਲਾ ਰਹੇ ਹੈ, ਉਹ ਸਾਡੇ ਦਿਲ ਦਾ ਪਤਾ ਵੀ ਉਹ ਬੰਦੇ ਕਿਵੇਂ ਮਨਮਾਨੀਆਂ ਕਰਦੇ ਹੈ, ਕਿਵੇਂ ਸਾਨੂੰ ਡੀਗ੍ਰੇਡ ਕਰਦੇ ਹੈ। ਜਿਹੜੀ ਥਾਂ ਤੇ ਕੋਈ ਪ੍ਰੈਸ ਕਵਰੇਜ ਹੋ ਜਾਣ, ਮੈਂ 3 ਵਾਰੀ ਫੋਨ ਕਰਨ ਦੇ ਬਾਵਜੂਦ ਆਪ ਅੱਗੇ ਨਹੀਂ ਆਉਂਦੇ, ਮੈਨੂੰ ਪਾਰਟੀ ਦੇ ਹਿੱਤ ਵਾਸਤੇ ਭੇਜਦੇ ਰਹੇ, ਪਰ ਮੈਂ ਆਪਦੀ ਡਿਊਟੀ ਫਿਰ ਵੀ ਨਿਭਾਈ ਹੈ ਜਿੰਨੀ ਦੇਰ ਤੱਕ ਰਹੇ ਹਾਂ। ਪਰ ਮੈਂ ਇਹਨਾਂ ਦੇ ਨਾਲ ਜਿਹੜੇ ਸਾਥੀ ਇਹਨਾਂ ਦੇ ਕੰਮ ਕਰਦੇ ਆ, ਜਿਹੜੇ ਅੱਜ ਆਗੂ ਹੈ, ਮੈਂ ਉਹਨਾਂ ਤੇ ਸਮੇਂ-ਸਮੇਂ ਸਵਾਲ ਵੀ ਕਰਦਾ ਰਿਹਾ। ਉਹਨਾਂ ਦੇ ਜਦੋਂ ਪਾਰਟੀ ਦੇ ਅਬਜ਼ਰਵਰ ਆਏ ਹੈ, ਉਹਨਾਂ ਦੇ ਸਾਹਮਣੇ ਹੋਮ ਸਟੱਡ ਦੇ ਵਿੱਚ ਵੀ ਮੈਂ ਸਵਾਲ ਖੜੇ ਕੀਤੇ ਕਿ ਉਹਨਾਂ ਬੰਦਿਆਂ ਦਾ ਮਾਣ ਸਨਮਾਨ ਜ਼ਿਆਦਾ ਹੋ ਰਿਹਾ ਜਿਨ੍ਹਾਂ ਦੀ ਵੋਟ ਵੀ ਸ਼ਾਇਦ ਇੱਥੇ ਹੈ ਕਿ ਨਹੀਂ, ਤੇ ਜਿਹਨਾਂ ਫਾਜ਼ਿਲਕਾ ਦੇ ਲੋਕਾਂ ਨੇ ਜਿਨ੍ਹਾਂ ਨੇ ਵੋਟਾਂ ਪਾਉਣੀਆਂ, ਨਾ ਤਾਂ ਉਹਨਾਂ ਕੋਲ ਕਿਸੇ ਅੱਜ ਤੱਕ ਫਾਜ਼ਿਲਕਾ ਦੇ ਕਿਸੇ ਇੱਕ ਬੰਦੇ ਨੂੰ, ਕਿਸੇ ਨੂੰ ਜਾ ਕੇ ਵੱਡੇ ਤੋਂ ਵੱਡੇ ਲੀਡਰ ਨੂੰ ਜਾ ਕੇ ਸਨਮਾਨਿਤ ਕੀਤਾ ਹੋਵੇ ਜਾਂ ਉਹਦੀ ਜਾ ਕੇ ਇੱਜ਼ਤ ਕੀਤੀ ਹੋਵੇ। ਅਸੀਂ ਤਾਂ ਇੱਥੇ ਇਹਨਾਂ ਦੇ ਨਾਲ ਰਹਿ ਕੇ ਆਪ ਦਾ ਅਪਮਾਨ ਹੀ ਕਰਾਇਆ ਹੈ। ਇਸ ਕਰਕੇ ਅਸੀਂ ਅੱਜ ਆਪਦੇ ਬੜੇ ਦੁਖੀ ਮਨ ਦੇ ਨਾਲ, ਕਿਉਂਕਿ ਮੈਂ ਪਹਿਲਾਂ ਵੀ ਇੱਕ ਬਾਈਟਸ ਦੇ ਵਿੱਚ ਇਹ ਗੱਲ ਕਹੀ ਸੀ, ਪ੍ਰੈਸ ਚੈਨਲ ਨੂੰ ਇਹ ਗੱਲ ਕਹੀ ਸੀ ਕਿ ਪਾਰਟੀ ਛੱਡਣਾ ਬਹੁਤ ਵੱਡਾ ਔਖਾ ਕੰਮ ਹੈ, ਪਰ ਜਿੱਥੇ ਆਪ ਦੀ ਇੱਜ਼ਤ ਨਾ ਹੋਵੇ, ਜਿੱਥੇ ਕੋਈ ਜਿਹੜੇ ਬੰਦਾ ਗਿਆਨ ਨੂੰ ਇੱਜ਼ਤ ਦਿੰਦਾ ਹੈ, ਮੈਂ ਗਿਆਨ ਨੂੰ ਇੱਜ਼ਤ ਦਿੰਦਾ ਜਿਹੜੇ ਬੰਦੇ ਕੋਲ ਗਿਆਨ ਹੈ, ਔਰ ਜਿਹੜੇ ਬੰਦਿਆਂ ਕੋਲ ਇੱਕ ਭੋਰੇ ਜਿੰਨਾ ਗਿਆਨ ਨਹੀਂ,
ਉਹ ਬੰਦੇ ਸਾਨੂੰ ਸਵਾਲ ਕਰਨ ਵੀ ਆਹ ਕੰਮ ਕਰ, ਆਹ ਕੰਮ ਕਰ, ਆਹ ਕੰਮ ਕਰ, ਸਾਨੂੰ ਸੁਝਾਅ ਦੇਣ। ਪਾਰਟੀ ਛੱਡ ਰਹੇ ਜੀ? ਕੌਣ ਜੀ? ਮੈਂ ਬਲਾਕ ਪ੍ਰਧਾਨ ਦਾ ਉਹਦਾ ਛੱਡ ਰਿਹਾ। ਪਾਰਟੀ ਦੇ ਨਾਲ ਹੋਗੇ ਸਮਰ ਨਹੀਂ ਜੀ ਨਹੀਂ, ਮੈਂ ਬਲਾਕ ਪ੍ਰਧਾਨ ਦੇ ਉਹਦੇ ਤੋਂ ਮੈਂ ਰਿਜ਼ਾਈਨ ਦੇ ਦਿੱਤਾ ਹੈ ਤੇ ਮੈਂ ਜੋ ਸਮਰਬੀਰ ਜੀ ਦਾ ਡਿਸੀਜਨ ਹੋਏਗਾ ਸਾਡਾ ਸਾਰਿਆਂ ਦਾ ਇਕੱਠਾ ਸਾਡਾ ਸਰ ਕਿੰਨੇ ਬਾ ਫਿਰ ਅਸੀਂ ਵੀ ਛੱਡਤੀ। ਕਿੰਨੇ ਵਰਕਰ ਤੇ ਅਹੁਦੇਦਾਰ ਨੇ ਤੁਹਾਡੇ ਨਾਲ ਜੀ? ਇਹ ਤਾਂ ਦੇਖੋ, ਤੁਸੀਂ ਜਾ ਕੇ ਲਿਸਟ ਦੇਖੋ। ਮੈਂ ਐਮਸੀ ਲੋਕਾਂ ਨੇ ਮੈਨੂੰ, ਮੈਂ ਬਿਨਾਂ ਕੰਮ ਤੋਂ ਲੋਕਾਂ ਨੇ ਚੁਣਿਆ ਹੈ ਔਰ ਸਾਰੀ ਵਿਰੋਧੀ ਧਿਰ ਦੇ ਵਿੱਚ ਜੇ ਸਾਨੂੰ ਐਮਸੀ ਬਣਾਇਆ ਹੈ ਤੇ ਫਿਰ ਤੁਸੀਂ ਆਪ ਹੀ ਦੇਖ ਲਓ, ਲੋਕ ਤਾਂ ਨਾਲ ਹੋਣਗੇ ਹੀ। ਨਹੀਂ, ਅੱਜ ਜਿਹੜਾ ਅਸਤੀਫਾ ਦੇ ਰਹੇ ਜੀ, ਕਿੰਨੇ ਮੈਂਬਰ ਨੇ ਜਿਹੜੇ ਉਹ ਤੁਹਾਨੂੰ ਸਮਰਬੀਰ ਸਿੰਘ ਜੀ ਨੇ ਦੱਸ ਹੀ ਦਿੱਤਾ ਹੈ, ਉਹ ਲਿਸਟ ਹੁਣੇ ਤੁਹਾਡੇ ਕੋਲ ਪਹੁੰਚ ਜਾਂਦੀ ਹੈ। ਵੱਡੀ ਲਿਸਟ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲਿਸਟ ਵੱਡੀ ਜ਼ਰੂਰ ਹੋਏਗੀ। ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਸਾਥੀ ਜਿਹੜੀ ਹਿਸਾਬ ਦੇ ਨਾਲ ਉਹ ਪਾਰਟੀ ਨੂੰ ਚਲਾ ਰਹੇ ਹੈ, ਫਿਰ ਇਹ ਲਿਸਟ ਬੜੀ ਲੰਬੀ ਹੋਏਗੀ। ਤੁਹਾਡੇ ਵਾਈਫ ਤਾਂ ਪਾਰਸ਼ਦ ਨੇ ਇੱਕ ਵਾਰਡ ਤੋਂ। ਉਹ ਉਹਨਾਂ ਦੀ ਮਰਜ਼ੀ ਹੈ ਜੀ, ਉਹ ਆਪਾਂ ਕਿ ਉਹਨਾਂ ਬਾਰੇ ਨਹੀਂ ਕਹਿ ਸਕਦੇ, ਉਹ ਉਹਨਾਂ ਦੀ ਮਰਜ਼ੀ। ਤੁਸੀਂ ਸੈਲਫ ਰਿਸਪੈਕਟ ਦੀ ਗੱਲ ਤਾਂ ਕਰ ਲਿੱਤੀ ਹੈ, ਲੇਕਿਨ ਹੋਰ ਕੋਈ ਅਜਿਹੀ ਨੀਤੀਆਂ ਜਿਹਨਾਂ ਤੰਗ ਹੋ ਕੇ ਤੁਸੀਂ ਛੱਡ ਰਹੇ ਹੋ? ਨੀਤੀਆਂ ਦੇਖੋ ਜੀ, ਗੱਲ ਇਹ ਵੀ ਜਿਹੜੀਆਂ ਨੀਤੀਆਂ, ਜਿਹੜਾ ਬੰਦਾ ਲੀਡਰ ਹੈ, ਲੀਡ ਕਰਨਾ ਜਿਹੜੇ ਬੰਦੇ ਨੂੰ, ਉਹ ਸਾਨੂੰ ਹੀ ਸੈਟੀਸਫਾਈ ਨਹੀਂ ਕਰ ਸਕਦਾ ਤਾਂ ਅਸੀਂ ਕਿਵੇਂ ਯਕੀਨ ਕਰਾਂਗੇ ਲੋਕਾਂ? ਸਰ ਰਾਤ ਕੀ ਮਾਮਲਾ ਉੱਠਿਆ ਸੀ, ਰਾਤੀ ਰੌਲਾ ਪਿਆ ਕੋਈ ਸੁਣਿਆ? ਨਹੀਂ, ਰੋਲਾ ਨਹੀਂ ਪਿਆ ਕੋਈ। ਹਾਂਜੀ, ਕੀ ਘਟਨਾ ਵਾਪਰੀ ਰਾਤੀ? ਨਹੀਂ, ਰਾਤੀ ਚਲੋ ਗੱਲਬਾਤ ਹੁੰਦੀ ਰਹੀ ਹੈ, ਗੱਲਬਾਤ ਦੇ ਵਿੱਚ ਥੋੜੀ ਜਾਣਕਾਰੀ ਦਿਓ। ਨਹੀਂ ਜੀ, ਉਹ ਗੱਲਬਾਤ ਅੰਦਰੂਨੀ ਗੱਲਬਾਤ ਸੀ, ਕੋਈ ਆਪਾਂ ਹੁੰਦੇ ਚ ਨਹੀਂ ਗੱਲ ਕਰਦੇ। ਉਹ ਤਾਂ ਚਲੋ ਗੱਲਾਂ ਬਾਤਾਂ ਪਾਰਟੀ 'ਚ ਰਹਿ ਕੇ ਚਲਦੀਆਂ ਰਹਿੰਦੀਆਂ। ਤਾਂ ਪਾਰਟੀ ਛੱਡ ਦਿੱਤੀ? ਹਾਂਜੀ, ਉਹ ਗੱਲਾਂ ਸੱਚੀਆਂ ਨੇ ਕਿ ਝੂਠੀਆਂ ਨੇ? ਨਹੀਂ, ਪਾਰਟੀ ਦੇ ਵਿੱਚ ਦੇਖੋ ਜੀ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਆਪਾਂ ਜਿਹੜੀਆਂ ਸੱਚੀਆਂ ਕਿ ਝੂਠੀਆਂ? ਨਹੀਂ, ਗੱਲਾਂ ਤਾਂ ਕਈ ਸੱਚੀਆਂ ਵੀ ਹੁੰਦੀਆਂ, ਐਵੇਂ ਹੁਣ ਆਪਾਂ ਕਹੀਏ ਵੀ ਸਾਰੀਆਂ ਤਾਂ ਝੂਠੀਆਂ ਹੁੰਦੀਆਂ ਨਹੀਂ। ਜੇ ਸਾਰੀਆਂ ਝੂਠੀਆਂ ਹੁੰਦੀਆਂ ਤੇ ਫਿਰ ਉੱਧਰ ਹੀ ਰਹਿੰਦੇ, ਫਿਰ ਗੱਲ ਕਿਹੜੀ ਸੀ? ਕਿੰਨਾ ਕਾਰਨਾ ਕਰਕੇ ਤੁਸੀਂ ਆਮ ਆਦਮੀ ਪਾਰਟੀ ਜਾਂ ਨਰਿੰਦਰ ਸਾਹਿਬ ਦਾ ਸਾਥ ਛੱਡ ਰਹੇ? ਅਸੀਂ ਜਿਹੜੇ ਉਹਦੇ ਨਾਲ ਦੀ ਜਿਹੜੀ ਟੀਮ ਹੈ, ਜ਼ਿਲ੍ਹੇ ਲੈਵਲ ਦੀ ਜਿਹੜੀ ਟੀਮ ਹੈ, ਉਹਨਾਂ ਦਾ ਵਿਹਾਰ, ਉਹਨਾਂ ਨੂੰ ਪੋਲੀਟੀਕਲ ਨੌਲੇਜ ਨਾ ਆਉਣਾ, ਉਹਨਾਂ ਦਾ ਤੱਕੜ ਰਵੱਈਆ, ਜਿਹੜੇ ਲੋ ਲੈਵਲ ਦੇ ਬੰਦੇ ਨੇ ਉਹਨਾਂ ਨੂੰ ਸਾਡੇ ਉੱਤੇ ਬਿਠਾਣਾ, ਇਸ ਕਰਕੇ ਅਸੀਂ ਪਾਰਟੀ ਛੱਡ ਰਹੇ ਹਾਂ। ਗੱਲਾਂ ਕਰਦਿਆਂ ਕੁਝ ਗੱਲਾਂ ਖੋਲੋ ਵੀ ਸਾਡੀ ਗੱਲ ਲੁਕਾਓ ਨਾ, ਵੀ ਜਿਹੜੇ ਬੰਦੇ ਬਾਹਰਲੇ ਬੰਦੇ, ਕੋਈ ਦੋ ਬੰਦੇ ਨਾਂ ਤਾਂ ਬੋਲੋ ਸਰ ਜੀ। ਨਾ ਜਦੋਂ ਤੁਹਾਨੂੰ ਦੱਸਤਾ, ਮੈਂ ਜ਼ਿਲ੍ਹਾ ਪ੍ਰਧਾਨ ਦਾ ਵੀ ਨਾਂ ਦੱਸਤਾ, ਜ਼ਿਲ੍ਹਾ ਪ੍ਰਧਾਨ ਤੇ ਇੱਕ ਹੀ ਹੈ। ਜਿਹਦੇ ਵੋਟ ਇੱਥੇ ਨਹੀਂ, ਉਹ ਕਿਹੜੇ ਬੰਦੇ ਨੇ? ਇਹ ਹੋ ਸਕਦੇ, ਤੁਹਾਨੂੰ ਸਾਰਾ ਪਤਾ ਹੈ ਜੀ, ਪ੍ਰੈਸ ਵਾਲਿਆਂ ਨੂੰ ਤੁਹਾਨੂੰ ਸਾਰਾ ਪਤਾ ਹੈ। ਤੁਹਾਨੂੰ ਹਾਂਜੀ, ਮੈਨੂੰ ਸਾਰੀ ਜਾਣਕਾਰੀ, ਮੈਂ ਪਹਿਲੇ ਦਿਨ ਵੀ ਦੱਸਤਾ ਸੀ। ਥੋੜੀ ਬਹੁਤ ਜਾਣਕਾਰੀ ਤੁਸੀਂ ਕੱਢ ਲਿਓ, ਤੁਸੀਂ ਕੱਢ ਲਿਆ ਜੇ, ਬਾਕੀ ਤੁਹਾਨੂੰ ਜਾਣਕਾਰੀ ਸਾਰੀ ਹੈ। ਠੀਕ ਹੈ ਨਾ ਗੱਲ? ਅਸੀਂ ਇਹ ਚਾਹੁੰਦੇ ਹਾਂ ਵੀ ਵਰਕਰ ਦੀ ਕਦਰ ਹੋਵੇ। ਹਾਂਜੀ ਮੈਡਮ, ਤੁਹਾਡੇ ਵੱਲੋਂ ਕੀ ਕਹਿਣਾ ਜੀ? ਤੁਹਾਡੇ ਵੱਲੋਂ ਕੀ ਕਹਿਣਾ ਜੀ? ਮੇਰੇ ਵੱਲੋਂ ਕਹਿਣਾ ਹੈ ਵੀ ਪਾਰਟੀ ਨੇ ਜੋ ਫੈਸਲਾ ਕੀਤਾ ਹੈ ਉਹ ਮੈਨੂੰ ਸਹੀ ਨਹੀਂ ਲੱਗਿਆ ਸੀ। ਮੈਨੂੰ ਨਰਿੰਦਰ ਸਵਨਾ ਜੀ ਨਾਲ ਕੋਈ ਪਰਸਨਲ ਗਰਜ ਨਹੀਂ ਹੈ, ਵਧੀਆ ਇਨਸਾਨ ਹੈ। ਅਸੀਂ ਬਾਰ-ਬਾਰ ਸਮਰਵੀਰ ਜੀ ਨਾਲ ਖੜੇ ਹੋ ਕੇ ਰੋ ਕੇ ਮਿੰਨਤਾਂ ਕਰਕੇ ਹਰ ਤਰੀਕੇ ਨਾਲ ਇਕੱਲੇ ਅਸੀਂ ਨਹੀਂ, ਤੁਸੀਂ ਦੇਖਿਆ ਹੋਏਗਾ ਕਿ ਹਜ਼ਾਰਾਂ ਲੋਕਾਂ ਦਾ ਇਕੱਠ ਸੀ ਜਿਹੜੇ ਰੋ ਰਹੇ ਸੀ ਔਰ ਕਹਿ ਰਹੇ ਸੀ ਕਿ ਪਾਰਟੀ ਦਾ ਫੈਸਲਾ ਗਲਤ ਹੈ, ਇਹਨੂੰ ਰਿਵਿਊ ਕੀਤਾ ਜਾਣਾ ਚਾਹੀਦਾ ਹੈ। ਤੇ ਪਾਰਟੀ ਨੇ ਬਿਲਕੁਲ ਉਸ ਗੱਲ ਦੇ ਉੱਤੇ ਹਜ਼ਾਰਾਂ ਲੋਕਾਂ ਦੇ, ਹਜ਼ਾਰਾਂ ਵਰਕਰਾਂ ਦੀ ਜਿਹੜੀ ਗੱਲ ਸੀ ਨਹੀਂ ਸੁਣੀ। ਮੈਂ ਭਗਵੰਤ ਮਾਨ ਜੀ ਨੂੰ ਪਰਸਨਲ ਲੈਵਲ ਦੇ ਉੱਤੇ ਕਮ ਸੇ ਕਮ 15 ਵਾਰੀ ਫੋਨ ਕੀਤਾ ਹੈ ਔਰ ਮੇਰੇ ਕੋਲ ਤਾਂ ਇੱਕ ਅਹੁਦਾ ਹੈ ਜ਼ਿਲ੍ਹਾ ਪ੍ਰਧਾਨ ਵਿਮਨ ਵਿੰਗ ਦਾ। ਜੇ ਮੇਰੇ ਹੀ ਫੋਨ ਉਹਨਾਂ ਨੇ ਇੱਕ ਵਾਰੀ ਨਹੀਂ ਸੁਣਿਆ ਤੇ ਆਮ ਵਰਕਰ ਦੀ ਕੀ ਸੁਣਵਾਈ ਹੋਏਗੀ? ਇਹਨਾਂ ਸਾਰੀਆਂ ਗੱਲਾਂ ਤੋਂ ਨਿਰਾਸ਼ ਹੋ ਕੇ ਕਿ ਪਾਰਟੀ ਦੇ ਵਿੱਚ ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਨਹੀਂ ਹੈ, ਮੈਂ ਅੱਜ ਸਮਰਵੀਰ ਜੀ ਨੂੰ ਸਮਰਥਨ ਦਿੰਦੇ ਹੋਏ ਅਸਤੀਫਾ ਦੇ ਰਹੀ ਹਾਂ। ਮੈਡਮ ਜੀ, ਤੁਸੀਂ ਪਾਰਟੀ ਮੁੱਢਲੀਆਂ ਦੀ ਸਟੇਜਾਂ ਤੇ ਵੀ ਤੁਸੀਂ ਦਿਖੇ ਜੀ? ਬਿਲਕੁਲ ਦਿਖੇ ਹਾਂ ਜੀ। ਮੈਂ ਬੜੀ ਕੋਸ਼ਿਸ਼ ਕੀਤੀ ਹੈ ਕਿ ਪਾਰਟੀ ਸ਼ਾਇਦ ਆਪਣਾ ਕੋਈ ਫੈਸਲਾ ਰਿਵਿਊ ਕਰ ਲਵੇ, ਅਸੀਂ ਪਾਰਟੀ ਨੂੰ ਨਾ ਛੱਡੀਏ, ਉਨੀ ਦੇਰ ਪਾਰਟੀ ਨਾਲ ਚੱਲੀਏ ਜਿੰਨੀ ਦੇਰ ਪਾਰਟੀ ਦਾ ਫੈਸਲਾ ਜਿਹੜਾ ਫਾਈਨਲ ਨਹੀਂ ਹੋ ਜਾਂਦਾ। ਤੇ ਹੁਣ ਜਦੋਂ ਨੋਮੀਨੇਸ਼ਨਸ ਭਰਨੀਆਂ ਸ਼ੁਰੂ ਹੋ ਗਈਆਂ ਤਾਂ ਸਾਨੂੰ ਪਤਾ ਲੱਗ ਗਿਆ ਕਿ ਪਾਰਟੀ ਦਾ ਫੈਸਲਾ ਜਿਹੜਾ ਫਾਈਨਲ ਹੀ ਹੈ, ਤਾਂ ਫਿਰ ਸਾਨੂੰ ਇਹ ਮਜਬੂਰੀ ਸਟੈਪ ਲੈਣਾ ਪਿਆ। ਬਿਲਕੁਲ ਜੀ, ਉਹਦਾ ਛੱਡ ਰਹੇ ਹੋ ਮੈਂਬਰਸ਼ਿਪ? ਮੁੱਢਲੀਸ਼ਿਪ ਇਹ ਜਿਵੇਂ ਸਮਰਵੀਰ ਜੀ ਕਹਿਣਗੇ ਹਲੇ ਤੱਕ ਤਾਂ ਉਹਦਾ ਛੱਡਿਆ, ਮੈਂਬਰਸ਼ਿਪ ਨਹੀਂ ਛੱਡੀ। ਸਮਰਵੀਰ ਜੀ ਕਹਿਣਗੇ ਤਾਂ ਅਸੀਂ ਜੀ ਉਹਨਾਂ ਨੇ ਕਹਿਤਾ ਅਸੀਂ ਵੀ ਛੱਡਤੀ ਫਿਰ। ਬੜੀ ਤੁਸੀਂ ਕਿਹੜਾ ਫੋਨ ਕੀਤੇ ਭਗਵੰਤ ਮਾਨ ਨੂੰ? ਹਾਂਜੀ, ਕੋਈ ਟਾਈਮ ਅਸੀਂ ਦੁਪਹਿਰੇ ਕੀਤਾ, ਰਾਤ ਨੂੰ ਕਿਤੇ ਲੇਟ ਹੋਣਾ ਜਾਣ ਨੂੰ? ਮੈਂ ਦੋਵਾਂ ਟਾਈਮਾਂ ਤੇ ਕੀਤੇ ਆ ਜੀ, ਦੋਵਾਂ ਟਾਈਮਾਂ ਤੇ ਕੀਤੇ ਆ।
ਕਿ ਬੰਦਾ ਲੇਟ ਕਰਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲ ਬਾਰੇ ਜਰਾ ਕਲੀਅਰ ਕਰਨਾ ਵੀ ਰਾਤ ਦਾ ਟਾਈਮ ਸੀ ਜਾਂ ਲੇਟ ਨਹੀਂ ਥੋੜਾ ਜਿਹਾ ਤੁਸੀਂ ਵੀ ਕਲੀਅਰ ਕਰੋ ਇਹ ਕੁਐਸਚਨ ਤੁਹਾਨੂੰ ਵੀ ਕਰ ਮੈਂ ਲਈਏ ਤੁਹਾਨੂੰ ਕਹਿ ਰਿਹਾ ਨਾ ਹਾਂਜੀ ਹਾਂਜੀ ਉਹ ਸਿੱਧੇ ਕਹਿ ਰਹੇ ਨੇ 8 PM ਤੋਂ ਪਹਿਲਾਂ ਕੀਤਾ ਕਿ 8 PM ਤੋਂ ਬਾਅਦ ਕੀਤਾ 8 PM ਤੋਂ ਬਾਅਦ ਦਾ ਮਤਲਬ ਦੱਸੋ ਜਰਾ ਮੈਨੂੰ ਨਹੀਂ ਸਮਝ ਆਇਆ ਲੋਕੀ ਕਹਿੰਦੇ ਠੰਡਾ ਪੀਤਾ ਬੜਾ ਕਹਿੰਦੇ ਪੀਤੀ ਪੀਤੀ ਬਣਾ ਮੈਂ ਤਾਂ ਕਰਕੇ ਮੈਂ ਦੋਨਾਂ ਟਾਈਮਾਂ ਤੇ ਕੀਤੇ ਆ ਜੀ ਸਵੇਰ ਤੋਂ ਲੈ ਕੇ ਰਾਤ ਤੱਕ ਦੇ ਸਾਰੇ ਟਾਈਮਾਂ ਤੇ ਮੈਂ ਤੁਹਾਡੇ ਨਾਲ ਕਿਸੇ ਹੋਰ ਮਹਿਲਾ ਵਿੰਗ ਦੇ ਸਦੱਸਿਆ ਨੇ ਵੀ ਰਿਜ਼ਾਈਨ ਪਾਇਆ ਜੀ ਬਿਲਕੁਲ ਜੀ ਸਾਡੇ ਨਾਲ ਸਰਕਲ ਇੰਚਾਰਜ ਮਿਸਿਸ ਕੁਸਮਲਤਾ ਹੈਗੇ ਆ ਸਾਡੇ ਨਵੇਂ ਆਏ ਮਿਸਿਸ ਸ਼ਾਇਨਾ ਇਹਨਾਂ ਨੂੰ ਅਸੀਂ ਬਲਾਕ ਪ੍ਰਧਾਨ ਸ਼ਹਿਰੀ ਦਾ ਅਹੁਦਾ ਦਿੱਤਾ ਸੀ ਮਿਸਿਸ ਲਜਿੰਦਰ ਕੌਰ ਨੇ ਆ ਖੜੇ ਇਹਨਾਂ ਨੂੰ ਅਸੀਂ ਵਾਈਸ ਪ੍ਰੈਜ਼ੀਡੈਂਟ ਦਾ ਅਹੁਦਾ ਇਸ ਵਾਰ ਲਿਖ ਕੇ ਭੇਜਿਆ ਹੋਇਆ ਸੀ ਦੇਣ ਦੇ ਲਈ ਇਸ ਤੋਂ ਇਲਾਵਾ ਵੀ ਜਿੰਨਾ ਮਹਿਲਾ ਵਿੰਗ ਹੈ ਸਿਰਫ 2 ਜਣਿਆਂ ਨੂੰ ਛੱਡ ਕੇ ਉਹ ਮੇਰੇ ਨਾਲ ਖੜਾ ਹੈ ਜਿੰਦਾਬਾਦ ਉਠਾਇਆ ਸੀ ਤੁਹਾਡਾ ਬੜਾ ਵਾਜਿਬ ਸਵਾਲ ਸੀ ਕਿ ਅਲਟੀਮੇਟ ਜਿਹੜੀ ਕਮਿਟਮੈਂਟ ਹੁੰਦੀ ਹੈ ਉਹ ਫਾਈਨਲ ਹੁੰਦੀ ਹੈ ਅੱਜ ਤੋਂ 20-25 ਦਿਨ ਪਹਿਲਾਂ ਸਤਿੰਦਰ ਸਿੰਘ ਜੀ ਆਏ ਸਨ ਇੱਥੇ ਸੌਰੀ ਸਤਿੰਦਰ ਜੈਨ ਡਾਕਟਰ ਆਏ ਸੀ ਤੇ ਸਾਰੀ ਜਿਹੜੀ ਸਭਾ ਸੀ ਉਹਦੇ ਵਿੱਚ ਵਪਾਰੀ ਬੈਠੇ ਸਨ ਵਪਾਰ ਮੰਡਲ ਦੀ ਸਭਾ ਸੀ ਉਹਦੇ ਵਿੱਚ ਉਹਨਾਂ ਨੇ ਆਪਣੇ ਐਡਰੈਸ ਦੇ ਵਿੱਚ ਇਹ ਕਿਹਾ ਸੀ ਕਿ ਅਸੀਂ ਤੁਸੀਂ ਪਿਛਲੀ ਦਫਾ ਚੂਕ ਗਏ ਹੋ ਤੁਸੀਂ ਪਿਛਲੀ ਦਫਾ ਸਮਰਬੀਰ ਨੂੰ ਨਹੀਂ ਭੇਜਿਆ ਬਣਾ ਕੇ ਤੇ ਐਤਕੀ ਮੈਂ ਅਪੀਲ ਕਰਦਾ ਕਿ ਤੁਸੀਂ ਸਮਰਬੀਰ ਨੂੰ ਬਣਾ ਕੇ ਭੇਜੋ ਸਮਰਬੀਰ ਦਾ ਉਹਨਾਂ ਨੇ ਨਾਂ ਲਿਆ ਸੀ ਔਰ ਇਹ 24 ਘੰਟੇ ਬਾਅਦ ਸਾਰੀ ਚੀਜ਼ ਬਦਲ ਗਈ ਇਸ ਤੋਂ ਕਮਿਟਮੈਂਟ ਤੋਂ ਜ਼ਿਆਦਾ ਹੋ ਤੁਸੀਂ ਕੀ ਕਹੋਗੇ ਕਿਉਂਕਿ ਉਹ ਪਾਰਟੀ ਵਿੱਚ ਤੀਜੇ ਨੰਬਰ ਦੇ ਨੇ ਪਾਰਟੀ ਦਾ ਹਾਈ ਕਮਾਂਡ ਹੈ ਉਹਨਾਂ ਦੇ ਕਹਿਣ ਤੇ ਇੱਕ ਮੇਰੇ ਵਰਗਾ ਸਧਾਰਨ ਮੈਂਬਰ ਵਰਕਰ ਨਹੀਂ ਮੈਂਬਰ ਜੇ ਉਹਨਾਂ ਦੇ ਪਿੱਛੇ ਲੱਗਦਾ ਕਮਿਟਮੈਂਟ ਕਰਦਾ ਹੈ ਤੇ ਮੇਰੀ ਕਮਿਟਮੈਂਟ ਦਾ ਕੀ ਮਤਲਬ ਜਦੋਂ ਸਾਨੂੰ ਪਾਰਟੀ ਕਹਿੰਦੀ ਹੈ ਟਿਕਟ ਦੇਤੀ ਤੁਸੀਂ ਇਹਨਾਂ ਨੂੰ ਜਿਤਾ ਕੇ ਭੇਜਣਾ ਉਸ ਤੋਂ ਬਾਅਦ ਸਾਡਾ ਕੀ ਸਟੈਂਡ ਹੈ ਤੁਸੀਂ ਟਿਕਟ ਕੱਟਣ ਦਾ ਮੁੱਖ ਕਾਰਨ ਕਿਹਨੂੰ ਮੰਨਦੇ ਹੋ ਹਾਈ ਕਮਾਂਡ ਦੀ ਨਲਾਇਕੀ ਨਹੀਂ ਵਜ੍ਹਾ ਕੀ ਰਹੀ ਹੋਈ ਵਜ੍ਹਾ ਉਹਨਾਂ ਨੂੰ ਪਤਾ ਉਹ ਤਾਂ ਕੁਝ ਬੋਲਦੇ ਨੇ ਫਿਰ ਤੁਸੀਂ ਅਬਜ਼ਰਵ ਕੀ ਕੀਤਾ ਜੀ ਸਰ ਮੈਂ ਤਾਂ ਤੁਹਾਨੂੰ ਦੱਸਦਾ ਹਾਂਜੀ ਇਹ ਉਹ ਬੋਲਣ ਨਾ ਇਹ ਹੈਗਾ ਦੇਖੋ ਇਹ ਉਹ ਕਹਿੰਦੇ ਦਾ ਮਤਲਬ ਹੈ ਕੋਈ ਵੀ ਪਾਰਟੀ ਆਪਣੀ ਅਹੁਦੇਦਾਰ ਚੁਣਦੀ ਹੈ ਨਾ ਜੀ ਤਾਂ ਉਹਨਾਂ ਦਾ ਫਰਜ਼ ਬਣਦਾ ਕਿ ਪਹਿਲੇ ਅਹੁਦੇਦਾਰਾਂ ਕੋਲ ਆ ਕੇ ਪੁੱਛੇ ਵੀ ਤੁਸੀਂ ਲੋਕਲ ਰਹਿੰਦੇ ਪਏ ਜੇ ਤੁਹਾਡੇ ਲੋਕਾਂ ਦੇ ਨਾਲ ਵਿਚਾਰ ਹੁੰਦੇ ਨੇ ਰੋਜ਼ ਤੁਸੀਂ ਗੱਲਾਂ ਕਰਦੇ ਹੋ ਵੀ ਤੁਹਾਡਾ ਕੀ ਵਿਚਾਰ ਹੈ ਕਿਹੜਾ ਕੈਂਡੀਡੇਟ ਰਹੇਗਾ ਜਿਹੜਾ ਪਾਰਟੀ ਨੂੰ ਜਿਤਾ ਸਕਦਾ ਹੈ ਸਾਡੇ ਤਾਂ ਕਿਸੇ ਅਹੁਦੇਦਾਰ ਕੋਲ ਅੱਜ ਤੱਕ ਨਾ ਤਾਂ ਕਿਸੇ ਨੇ ਪੁੱਛਿਆ ਤੇ ਨਾ ਕਿਸੇ ਨੂੰ ਹੋਇਆ ਸਿਰਫ ਕਾਗਜ਼ਾਂ ਦੇ ਵਿੱਚ ਹੀ ਨਾ ਬਣਾਤਾ ਤੇ ਦਿੱਲੀ ਤੋਂ ਇੱਕ ਬੰਦਾ ਆ ਕੇ ਕਰ ਜਾ ਵੀ ਫਾਜ਼ਿਲਕਾ ਦੇ ਵਿੱਚ ਫਲਾਣਾ ਬੰਦੇ ਨੂੰ ਟਿਕਟ ਮਿਲੇਗੀ ਤਾਂ ਇਹ ਗਲਤ ਹੈ ਜਿਹੜੇ ਬੰਦੇ ਨੇ ਗਰਾਊਂਡ ਲੈਵਲ ਤੋਂ ਰਾਜਨੀਤਿਕ ਨੂੰ ਛੱਡ ਕੇ ਕੋਈ ਮੈਂ ਕਹਿੰਦਾ ਓਪੋਜੀਸ਼ਨ ਦਾ ਬੰਦਾ ਵੀ ਅੱਜ ਕਹਿ ਦੇਵੇ ਵੀ ਸਮਰਬੀਰ ਨੇ ਕਦੇ ਰਾਜਨੀਤੀ ਬਾਰੇ ਸੋਚਿਆ ਹੋਵੇ ਸਿਰਫ ਇੱਕੋ ਗੱਲ ਸੋਚੀ ਹੈ ਕਿ ਫਾਜ਼ਿਲਕਾ ਦਾ ਵਿਕਾਸ ਕਰਨਾ ਹੈ ਅਸੀਂ ਵੀ 25-30 ਸਾਲਾਂ ਤੋਂ ਅੱਜ ਤੱਕ ਪਾਰਟੀ ਨਾਲ ਜੁੜਿਆ ਮੈਂ ਅੱਜ ਤੱਕ ਕਿਸੇ ਪਾਰਟੀ ਕੋਲ ਕਿਸੇ ਐਮਐਲਏ ਕੋਲ ਅੱਜ ਤੱਕ ਕੰਮ ਕਰਾਉਣ ਨਹੀਂ ਗਿਆ ਭਾਵੇਂ ਵੋਟ ਮੈਂ ਉਹਨਾਂ ਨੂੰ ਪਾਉਂਦਾ ਰਿਹਾ ਪਰ ਕਿਉਂਕਿ ਮੈਨੂੰ ਲੱਗਾ ਕਿ ਇਹ ਬੰਦਾ ਸ਼ਹਿਰ ਦਾ ਕੰਮ ਕਰ ਸਕਦਾ ਤਾਂ ਜਦੋਂ ਵੀ ਆਵਾਜ਼ ਮਾਰਦਾ ਸੀ ਆਉਂਦੇ ਸੀ ਪਿੱਛੇ ਅੰਮ੍ਰਿਤਸਰ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਸਾਨੂੰ ਬੁਲਾਇਆ ਸਾਰੇ ਐਡਵੋਕੇਟਸ ਨੂੰ ਵੀ ਤੁਸੀਂ ਉੱਥੇ ਜਾਣਾ ਹੈ ਤੇ ਮੀਟਿੰਗ ਹੈਗੀ ਆਪਾਂ ਕਰੀਏ ਤੁਸੀਂ ਮੰਨਣਾ ਨਹੀਂ ਸਵੇਰੇ 3 ਵਜੇ ਉੱਠ ਕੇ ਧੁੰਦ ਦੇ ਵਿੱਚ ਅਸੀਂ 8 ਵਜੇ ਸਭ ਤੋਂ ਪਹਿਲੇ ਫਾਜ਼ਿਲਕਾ ਵਾਲੇ ਉੱਥੇ ਪਹੁੰਚੇ ਹੋਏ ਸੀ ਅੰਮ੍ਰਿਤਸਰ ਵਾਲੇ ਨਹੀਂ ਉੱਥੇ ਪਹੁੰਚੇ ਫਾਜ਼ਿਲਕਾ ਵਾਲੇ 8 ਵਜੇ ਬੈਠੇ ਸੀ ਉੱਥੇ ਇਸੇ ਵਾਸਤੇ ਕਿ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਹੈ ਬਟ ਬਿਨਾਂ ਕਿਸੇ ਸਲਾਹ ਦੇ ਬਿਨਾਂ ਕਿਸੇ ਅਹੁਦੇਦਾਰ ਨੂੰ ਪੁੱਛੇ ਤੁਸੀਂ ਟਿਕਟ ਨਵੇਂ ਬੰਦੇ ਨੂੰ ਦੇ ਦਿੱਤੀ ਤੇ ਉਸ ਵਾਸਤੇ ਮਨ ਬੜਾ ਦੁਖਿਆ ਤੇ ਅਸੀਂ ਅੱਜ ਜਿਹੜਾ ਅਸਤੀਫਾ ਦੇ ਰਹੇ ਹਾਂ ਮੁੱਢਲੀ ਤੋਂ ਵੀ ਤੇ ਪਾਰਟੀ ਅਹੁਦੇਦਾਰ ਤੋਂ ਥੈਂਕ ਯੂ